सतनाम श्री वाहिगुरु साहिब जीओ। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए तेहा हों करी वखियान। सतनाम श्री वाहिगुरु साहिब जीओ। श्री राग महला तीजा। धन जननी जिन जाया। श्री राग महला तीजा। धन जननी जिन जाया, धन पिता प्रधान। सतगुरु सेव सुख पाया, विचों गया गुमान। दर सेवन संत जन खड़े, पायन गुणी निधान। मेरे मन गुरमुख ध्याए हर सोए, गुर का शब्द मन वसै, मन तन निर्मल होए। कर कृपा घर आया, आपे मिलिया आए। गुर शब्दी सालाही है, रंगे सहज सुभाए। सच्चै सच समाया, मिल रह न विछड़ जाए। जो किश करना सो कर रहया, अवर न करना जाए। चिरी विछुन्ने मेलियन, चिरी विछुन्ने मेलियन। सतगुर पन्नै पाए, आपे कार कराए सी, अवर न करना जाए। मन तन रत्ता रंग स्यों, हौमै तज विकार। अहनिस हिरदै रव रहै, निर्भौ नाम निरंकार। नानक आप मिलायन, पूरै शब्द अपार। वाहिगुरु जी का खालसा, वाहिगुरु जी की फतेह। जुगो जुग अटल, चबर छत्र तख्त दे मालिक। हाजरा हजूर शब्द गुरु, धन धन श्री गुरु ग्रंथ साहिब महाराज जी दी कोटान कोटान कृपा बख्शिश बनी है। जो परिपूर्ण परमात्मा जी त्रुठे ने ते सतगुरु जी ने सवास बख्शे ਹਨ ਤੇ ਉਹਨਾਂ ਸਵਾਸਾਂ ਨੂੰ ਸਫਲਾ ਬਣਾਉਣ ਵਾਸਤੇ ਰੋਜ਼ਾਨਾ ਹੀ ਫੇਸਬੁੱਕ ਲਾਈਵ ਦੇ ਇਸ ਮਾਧਿਅਮ ਦੇ ਰਾਹੀਂ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਗੁਰਬਾਣੀ ਕਥਾ ਹੈ, ਉਸ ਨੂੰ ਰੋਜ਼ਾਨਾ ਲੈ ਕੇ ਆਪ ਜੀ ਕੇ ਸਨਮੁਖ ਹਾਜ਼ਰ ਹੁੰਦੇ ਹਾਂ। ਜਿਸ ਵਿੱਚ ਸ਼੍ਰੀ ਰਾਗ ਦੀ ਵਿਚਾਰ ਚੱਲ ਰਹੀ ਹੈ।
ਜਿਹਦੇ ਵਿੱਚ ਹੁਣ ਤੱਕ ਸ਼੍ਰੀ ਰਾਗ ਦੇ 48 ਸ਼ਬਦ ਤੱਕ 48 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ, ਜਿਹਦੇ ਵਿੱਚੋਂ 33 ਸ਼ਬਦ ਗੁਰੂ ਨਾਨਕ ਸਾਹਿਬ ਦੇ ਸਨ ਤੇ ਜਿਹੜੇ ਉਸ ਤੋਂ ਬਾਅਦ ਦੇ ਸ਼ਬਦ ਨੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਨੇ। ਸਤਿਗੁਰੂ ਸਾਹਿਬ ਜੀ ਨੇ ਬੜੀ ਤਰਤੀਬ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਰੂ ਸਾਹਿਬਾਨ ਦੀ ਬਾਣੀ, ਭਗਤਾਂ ਦੀ ਬਾਣੀ, ਪਟ ਸਾਹਿਬਾਨ ਦੀ ਬਾਣੀ ਅੰਕਿਤ ਕੀਤੀ ਹੈ। ਤੇ ਫਿਰ ਅੰਕ ਨੰਬਰ ਵੀ ਬੜੇ ਹੀ ਤਰੀਕੇ ਦੇ ਨਾਲ, ਜਿਵੇਂ ਕਹਿ ਲਓ ਕਿ ਲੌਕ ਸਿਸਟਮ ਜਿਹੜਾ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਦਾ ਮੁਕਾਬ ਹੁੰਦਾ ਹੈ ਉੱਥੇ ਬਕਾਇਦਾ ਕੁੱਲ ਜੋੜ ਗਿਣਤੀ ਦੇ ਕਰਕੇ ਇਹ ਸਮਝਾਇਆ ਗਿਆ ਹੈ ਕਿ ਵੀ ਇੱਥੇ ਇੰਨੇ ਸ਼ਬਦ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਰਵਣ ਕਰ ਲੈਣੇ। ਇਵੇਂ ਹੀ ਆਹ ਜਿਹੜਾ ਸ਼ਬਦ ਅੱਜ ਜਿਹੜਾ ਆਪਾਂ ਸਰਵਣ ਕੀਤਾ ਹੈ 49 ਨੰਬਰ ਸ਼ਬਦ ਹੈ, 49 ਸ਼ਬਦ ਨੰਬਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੀ ਰਾਗ ਦੇ ਵਿੱਚੋਂ, ਤੇ 16ਵਾਂ ਨੰਬਰ 16 ਨੰਬਰ ਸ਼ਬਦ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ। ਗੱਲ ਕੀ ਬੜੀ ਵਿਉਂਤਬੰਦੀ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸਾਰੇ ਸਮੁੱਚੇ ਸ਼ਬਦ ਜਿਹੜੇ ਨੇ ਜਿਵੇਂ ਇੱਕ ਗੁਲਦਸਤਾ ਸੰਵਾਰੀ ਦਾ ਨਾ ਸੋਹਣੇ ਸੋਹਣੇ ਫੁੱਲਾਂ ਦੇ ਨਾਲ, ਇਵੇਂ ਹੀ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਬੜੇ ਪਿਆਰੇ ਤਰੀਕੇ ਦੇ ਨਾਲ ਇਹ ਸਾਰੇ ਸ਼ਬਦ ਇੱਕ ਤਰਤੀਬ ਦੇ ਵਿੱਚ ਸੰਵਾਰੇ ਨੇ। ਤੇ ਸਾਨੂੰ ਭੁਲੇਖਾ ਨਾ ਰਵੇ ਕਿਸੇ ਪੱਖ ਤੇ, ਇਸ ਕਰਕੇ ਬੜੀ ਤਰਤੀਬ ਗਿਣਤੀ ਵਾਈਜ਼ ਜਿਹੜੇ ਨੇ ਪੂਰੇ ਜੋੜ ਦੇ ਹਿਸਾਬ ਦੇ ਨਾਲ ਜਿਹੜੇ ਸਾਡੇ ਸਾਹਮਣੇ ਰੱਖੇ ਹਨ, ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਗੁਰਦੇਵ ਜੀ ਕਦੀ ਵੀ ਨਹੀਂ ਸੀ ਚਾਹੁੰਦੇ ਕਿ ਕਿਸੇ ਪੱਖ ਦੀ ਵੀ ਮਿਲਾਵਟ ਹੋਵੇ। ਇਸੇ ਕਰਕੇ ਦੁਨੀਆ ਦੇ ਵਿੱਚ ਵਾਹਿਦ ਇੱਕ ਸਿਰਫ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸੇ ਗ੍ਰੰਥ ਸਾਹਿਬ ਨੇ ਜਿਨ੍ਹਾਂ ਦੀ ਇੱਕ ਇੱਕ ਅੱਖਰ, ਇੱਕ ਇੱਕ ਬਾਣੀ ਸਤਿਗੁਰੂ ਸਾਹਿਬਾਨ ਨੇ ਆਪ ਸੰਭਾਲੀ ਤੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਸਮੁੱਚੀ ਸਿੱਖ ਕੌਮ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਪਾਤਸ਼ਾਹ ਜੀ ਨੇ, ਜਿਹਦੇ ਵਿੱਚ ਕੋਈ ਭੁਲੇਖਾ ਹੀ ਨਹੀਂ ਰਿਹਾ। ਤੁਸੀਂ ਕੁਰਾਨ ਪੜ੍ਹੋ, ਮੁਹੰਮਦ ਸਾਹਿਬ ਦੇ ਜਾਣ ਤੋਂ ਕਈ ਸਾਲਾਂ ਬਾਅਦ ਜਿਹੜੀਆਂ ਉਹਨਾਂ ਦੀਆਂ ਆਇਤੀਆਂ ਇਕੱਠੀਆਂ ਕਰਕੇ ਕੁਰਾਨ ਸ਼ਰੀਫ ਤਿਆਰ ਕੀਤਾ ਗਿਆ। ਈਸਾਈ ਧਰਮ ਦਾ ਬਾਈਬਲ ਗ੍ਰੰਥ ਪੜ੍ਹ ਲਓ, ਨਿਊ ਟੈਸਟਾਮੈਂਟ ਤੇ ਓਲਡ ਟੈਸਟਾਮੈਂਟ ਵਿੱਚ ਨੇ। ਓਲਡ ਟੈਸਟਾਮੈਂਟ ਜਿਹੜੇ ਉਹ ਪੁਰਾਤਨ ਲੋਕ ਮੰਨ ਰਹੇ, ਨਿਊ ਟੈਸਟਾਮੈਂਟ ਵਿੱਚ ਅੱਜ ਤੱਕ ਤਰਮੀਮਾਂ ਹੋ ਰਹੀਆਂ ਨੇ। ਮਹਾਤਮਾ ਬੁੱਧ ਦਾ ਗ੍ਰੰਥ ਹੈ। ਮਹਾਤਮਾ ਬੁੱਧ ਦੇ ਗ੍ਰੰਥ, ਮਹਾਤਮਾ ਬੁੱਧ ਦੇ ਜਾਣ ਤੋਂ ਬਾਅਦ ਉਹਨਾਂ ਦੇ ਅਨੁਯਾਈਆਂ ਨੇ ਇੱਕ ਮੀਟਿੰਗ ਕੀਤੀ ਕਿ ਸਾਡੇ ਕੋਲ ਮਹਾਤਮਾ ਬੁੱਧ ਦਾ ਕੋਈ ਲਿਖਤੀ, ਜੋ ਕਿਸੇ ਦੇ ਕੋਲ ਕੋਈ ਲਿਖਤੀ ਪ੍ਰਮਾਣ ਹੋਵੇ ਉਹ ਲੈ ਕੇ ਆਵੇ। ਤੇ ਕਹਿੰਦੇ 3 ਟੋਕਰੇ ਭਰ ਗਏ ਉਹ ਸਾਰੀਆਂ ਲਿਖਤਾਂ ਦੇ ਨਾਲ, ਉਹ ਸਾਰੀਆਂ ਇੱਕ ਜਗ੍ਹਾ ਬਾਈਂਡ ਕੀਤੀਆਂ ਤੇ ਨਾਮ ਪਿਆ ਤ੍ਰਿਕੁਟ ਗ੍ਰੰਥ। ਇਵੇਂ ਹੀ ਅੰਜੀਲ ਹੈ, ਤੋ ਇਵੇਂ ਹੀ ਸਨਾਤਨ ਮਤ ਦੇ ਗ੍ਰੰਥ ਨੇ। ਪਰ ਕਿਤੇ ਵੀ ਇਹ ਨਹੀਂ ਕਿ ਕਿਸੇ ਗ੍ਰੰਥ ਦੇ ਵਿੱਚੋਂ ਤੁਹਾਨੂੰ ਸੱਚ ਦਾ ਪ੍ਰਕਾਸ਼ ਤੇ ਸੱਚ ਦਾ ਚਾਨਣਾ ਨਜ਼ਰ ਆਵੇ। ਮੈਂ ਨਹੀਂ ਕਹਿ ਰਿਹਾ ਕਿ ਮੈਂ ਸਿੱਖ ਹੋਣ ਦੇ ਨਾਤੇ ਕਹਿ ਰਿਹਾ, ਜਿੰਨੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਕੀਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਮਨੁੱਖ ਦੀ ਸਿਫਤ ਨਹੀਂ ਲਿਖੀ ਗਈ, ਕਿਸੇ ਮਨੁੱਖ ਦੀਆਂ ਕਰਾਮਾਤ ਦੀਆਂ ਸਾਖੀਆਂ ਨਹੀਂ ਲਿਖੀਆਂ ਗਈਆਂ। ਜੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਅੰਕਿਤ ਕੀਤਾ ਹੈ ਤੇ ਉਹ ਸਿਰਫ ਤੇ ਸਿਰਫ ਇੱਕ ਸੱਚਾ ਸੁੱਚਾ ਗਿਆਨ ਕਿ ਐ ਮਨੁੱਖ ਤੂੰ ਪਰਿਪੂਰਨ ਪਰਮਾਤਮਾ ਵਰਗਾ ਕਿਵੇਂ ਬਣਨਾ, ਤੂੰ ਆਇਆ ਕਿਉਂ ਹੈ ਸੰਸਾਰ ਦੇ ਵਿੱਚ, ਤੈਨੂੰ ਜਨਮ ਕਿਉਂ ਮਿਲਿਆ ਹੈ, ਇਸ ਸਮਾਜ ਵਿੱਚ ਤੇਰਾ ਕੀ ਟਿਕਾਣਾ ਹੈ, ਤੂੰ ਕਰਨਾ ਕੀ ਹੈ। ਇਹ ਸਾਰੀ ਦੀ ਸਾਰੀ ਜਿਹੜੀ ਮਨੁੱਖ ਨੂੰ ਸਮਝਾਉਣ ਦੀ ਜਿਹੜੀ ਟੈਕਨੀਕ ਆ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ। ਇੱਕ ਹੀ ਜਗ੍ਹਾ ਦੇ ਉੱਪਰ ਉਹਨਾਂ ਕ੍ਰਾਂਤੀਕਾਰੀ ਭਗਤਾਂ ਦੀ ਬਾਣੀ ਦਰਜ ਕੀਤੀ ਹੈ ਜਿਨ੍ਹਾਂ ਨੇ ਸਮੇਂ ਦੇ ਉੱਪਰ ਸਮਾਜ ਦੀਆਂ ਕੁਰੀਤੀਆਂ, ਸਮਾਜ ਦੇ ਜਿਹੜੇ ਅੰਧ ਵਿਸ਼ਵਾਸ ਤੇ ਸਮਾਜ ਦੇ ਕਰਮਕਾਂਡਾਂ ਦੇ ਖਿਲਾਫ ਡਟ ਕੇ ਮਰਦਾਂ ਦੇ ਵਾਂਗੂ ਆਵਾਜ਼ ਚੁੱਕੀ। ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਬਰ ਸਤਿਕਾਰ ਤੇ ਬਰਾਬਰ ਸਨਮਾਨ ਦਿੱਤਾ।
क्योंकि सतगुरु गुरु नानक साहब जी महाराज जी का जिहड़ा विधि विधान है वो सारी मानवता नूं एक पिता एक सके हंबारक तू मेरा गुरहाई का सबजैक्ट है। सिख जिहड़ा है वो वंडियां नहीं पाउंदा, वो जात पात ऊंच नीच अमीरी गरीबी दे विच अपने लोकां नूं नहीं वंडदा, वो ते सारियां दे विच परमात्मा नूं वेखदा है। हर एक जर्रे जर्रे विच उहदा परमात्मा दा उहनूं वासा नज़र आउंदा है। हर एक विच वसिया निरंकार उहदे हिरदे दे विच वसदा है। उहदा किसे नाल कोई ईरखा कोई नफरत कोई कलेश गुरसिख दे जीवन विच हो ही नहीं सकदा। हुण ये सारी दी सारी फिलासफी धन श्री गुरु ग्रंथ साहिब जी विच मौजूद है। इसे करके ही आपां कोशिश कर रहे हैं धन गुरु ग्रंथ साहिब जी महाराज जी दे पावन दर्शन करन दा। रोज़ाना एक शब्द की विचार करते हैं। भावना ये है कि इस आपां कुछ सिख लईए, कुछ विचार लईए, कुछ वंड लईए, ताकि रल मिल के आपां खाईए, रल मिल के आपां इस भोजन का जिहड़ा आनंद लै सकीए, आप भी छकीए ते होरनां नूं भी छकाईए। सो अज दा जिहड़ा पावन शब्द है साहिब श्री गुरु ग्रंथ साहिब जी महाराज जी दे विचों श्री राग दा ये पावन शब्द है। धन साहिब श्री गुरु अमरदास साहिब जी दे पावन रसना तो मुखारबिंद तो उचारण होया है। श्री गुरु ग्रंथ साहिब जी दे पावन पन्ना नंबर 32 के उपर सुभायमान है। तो शब्द का गुरु अमरदास साहिब जी का शब्द नंबर 16 है। तो श्री गुरु ग्रंथ साहिब जी दे विचों श्री राग का यह पावन शब्द 49 49 नंबर शब्द है। रहाओ दियां पंक्तियां ने पावन शब्द दियां, जिहदे विच सतगुरु साहिब जी ये गल समझा रहे हैं। क्योंकि अक्सर जदों शब्द की आपां विचार करते हैं, शब्द नूं समझते हैं, जितना भी बार बार मैं आप जी नूं ये गल की सांझ इस करके पाउना है कि साडी गल पकड़ च आ जाए कि असी जदों भी विचार शब्द की करनी है सब तो पहला ध्यान रहाओ दियां पंक्तियां ते देना है। रहाओ का अर्थ है ठहराव, रुक जाओ, पहला रुको ते फिर अगे तुरो। तो जदों आपां रहाओ दे बंद नूं पूरी तरीके नाल समझ लवांगे तो बाकी बंद फिर अपने आप साडी पकड़ च आउण लग पैणगे जिहड़े स्टैंजे ने, तो आपां नूं समझ आ जाएगी भी सबजैक्ट की है इहदे विच। जिहड़े हुण तक लगातार सुण रहे ने तकरीबन उन्हां गुरु के प्यारियां ਸਰੋਤਿਆਂ नूं पता लग गया होवेगा कि रहाओ दा बंद पहला लैण दा मतलब की है। सुरहाओ दा बंद है मेरे मन गुर मुख ध्याए हर सोए। मेरे मन, हुण मन नूं संबोधन है इत्थे, जिवें आपां पिछला शब्द पढ़िया सी जिहदी कल विचार कीती सी, उहदे विच संबोधन सच्चे पातशाह ने कीता सी हे भाई रे भाई कह के। हुण इवें इत्थे संबोधन आ मेरे मन, हे मेरे मन, बार बार अपने मन नूं भी संबोधन कर रहे ने। गुरमुख ध्याए हर सोए, गुरमुख बार बार शब्द गुरमुख आउंदा है। जिथे गुरमुख गग्गे दे थले औंकड़ रारा मम्मे थले औंकड़ कक्खा इकल्ला आवेगा, जिहदे नाल सियारी नहीं होवेगी, उहदा है गुरमुख जिहदा मूँह गुरु वल है। भाव जिहदी मत गुरु दे मुताबक, गुरु उपदेशां दे मुताबक, जो गुरु जी नूं पुछ के धन श्री गुरु ग्रंथ साहिब जी दी विचारधारा नूं अपने जीवन विच अपना के तुरदा है, उहनूं किहा है गुरमुख। जो अपनियां मन दियां मतां नहीं करदा, गुरु दे दसे रस्ते नूं अपनाउंदा है। हुण जदों खखे नूं सिहारी आवेगी गुरु दे सन्मुख, गुरु जी दे ज्ञान नूं अपने जीवन विच समो के, गुरु जी दी शरण विच पै के कहंदे हे मेरे मन गुरमुख ध्याए हर सोए। गुरु जी दी शरण विच पै ते सदा अटल रहण वाले जिहड़ा सच्चा परिपूर्ण परमात्मा जिहड़ा रहबर आ ना, मालक आ, जो सारी दुनिया नूं चलाउण वाला है, जिहदे वर्गा होर दूसरा कोई नहीं, इहदे विच अपना चित जोड़। भरोसा रख अकाल पुरख ते, विश्वास कर अकाल पुरख ते, क्योंकि वो एक ऐसा मालक है जिहदी चाकरी करके मन दे विच खेड़ा ते आनंद आउंदा है। दुनियावी मनुखां दीयां चाकरियां मन नूं तकलीफ दिंदियां ने, पर परमात्मा दी चाकरी, परमात्मा दी सेवा, परमात्मा दे हुक्म विच तुरना आनंद, आत्मिक अडोलता, चढ़दी कला ते प्यार जीवन विच लैके आउंदा है। जिस मनुख दे जीवन विच ये गल पूरे तरीके नाल घर कर गई है ना, साहिब मेरा एको है,
एको है भाई एको है, मेरा मालक मेरा दाता केवल एक परमात्मा है। मैं ਉਹਦੇ ਕੋਲੋਂ ही मंगना है, ਉਹਦੇ ਕੋਲੋਂ ही ਲੈਣਾ है। फिर ਉਹਦੇ जीवन ਵਿੱਚ ਕਿਸੇ ਦੇ ਪਰਥਾਏ ਮੁਥਾਜੀ नहीं ਆਉਂਦੀ। ਉਹ ਫਿਰ ਜਣੇ ਖਣੇ ਦੇ ਪੈਰਾਂ ਵਿੱਚ ਨਹੀਂ ਡਿੱਗਦਾ। ਅੱਜ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਿਉਂ ਕੀਤਾ, ਕਿਹਨਾਂ ਨੇ ਕੀਤਾ ਹੈ, ਕਿਉਂ ਕੀਤਾ ਗਿਆ ਹੈ? ਚੰਦ ਕੁ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਚੰਦ ਕੁ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਜਿਹੜੇ ਸਨਾਤਨ ਮਤ ਦੀਆਂ RSS ਦੀਆਂ ਸਟੇਜਾਂ ਦੇ ਉੱਪਰ ਜਾ ਕੇ ਇਹ ਵੀ ਕਹਿੰਦੇ ਸੁਣੇ ਗਏ ਨੇ ਕਿ ਦੇਖੋ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਰਾਮ ਸ਼ਬਦ ਕੱਢਦੇ ਹੋ ਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਈ ਮਾਇਨੇ ਨਹੀਂ, ਕਿ ਜਿਹੜਾ ਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਇਆ ਹੈ ਇਹ ਗੁਰੂ ਨਾਨਕ ਸਾਹਿਬ ਜੀ ਪ੍ਰਭੂ ਰਾਮਚੰਦਰ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਲਿਖਿਆ ਹੈ। ਹੁਣ ਇਹੋ ਜਿਹਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਜਿਹੜੇ ਪ੍ਰਚਾਰਕ ਨੇ, ਕੀ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਉਹਨਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਵਾਕਫੀਅਤ ਜਾਂ ਗਿਆਨ ਆ, ਤੇ ਜਾਂ ਉਹ ਜਾਣਬੁੱਝ ਕੇ ਕਰ ਰਹੇ ਨੇ? ਕਿਉਂਕਿ ਸਤਿਗੁਰੂ ਜੀ ਨੇ ਤੇ ਕੋਈ ਭੁਲੇਖਾ ਛੱਡਿਆ ਹੀ ਨਹੀਂ ਨਾ। ਆਪ ਹੀ ਗੁਰਬਾਣੀ ਦੇ ਰਾਹੀਂ, ਗੁਰਬਾਣੀ ਉਪਦੇਸ਼ਾਂ ਰਾਹੀਂ ਸਤਿਗੁਰੂ ਜੀ ਨੇ ਗੱਲ ਕਲੀਅਰ ਕਰ ਦਿੱਤੀ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ, ਗੱਲ ਤੇ ਕਲੀਅਰ ਕੀਤੀ ਹੈ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਿਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਭਗਤ ਨਾਮਦੇਵ ਜੀ ਵਰਗੇ ਜਿਹੜੇ ਮਹਾਨ ਸ਼੍ਰੋਮਣੀ ਭਗਤ ਕਹਿੰਦੇ ਮੈਂ ਕਿਸੇ ਦੇਵੀ ਦੇਵਤੇ ਦਾ ਚੇਲਾ ਨਹੀਂ। ਫਿਰ ਕਿਵੇਂ ਉਹ ਰਾਮ ਦਸ਼ਰਥ ਦਾ ਬੇਟੇ ਦੀ ਬਾਤ ਇੱਥੇ ਆ ਸਕਦੀ ਹੈ? ਫਿਰ ਰੋਵੈ ਰਾਮ ਨਿਕਾਲਾ ਭਇਆ, ਇੱਥੇ ਗੱਲ ਪਾਤਸ਼ਾਹ ਜੀ ਕਹਿੰਦੇ ਵੀ ਉਹ ਰਾਮ ਜਿਹਨੂੰ ਤੁਸੀਂ ਰੱਬ ਕਹਿ ਕੇ ਪੂਜਦੇ ਹੋ, ਸਤਿਕਾਰ ਆ ਹਰ ਇੱਕ ਦਾ, ਪਰ ਜੇ ਤੁਸੀਂ ਇਸ ਕਰਕੇ ਕਹਿੰਦੇ ਹੋ ਵੀ ਇਹ ਰੱਬ ਆ ਤੇ ਫਿਰ ਰੋਂਦਾ ਕਿਉਂ ਹੈ? ਰੱਬ ਕਿਤੇ ਰੋਂਦਾ ਹੈ? ਹੁਣ ਇਹ ਸੱਚ ਦੀ ਵਿਚਾਰ, ਇਹ ਸਿਧਾਂਤ ਦੀ ਵਿਚਾਰ ਤੇ ਸਾਫ਼-ਸਾਫ਼ ਲਿਖੀ ਆ ਨਾ ਗੁਰੂ ਗ੍ਰੰਥ ਸਾਹਿਬ 'ਚ। ਹੁਣ ਜੇ ਮੈਂ ਇੱਕ ਬੰਦੇ ਦੇ ਅਰਥ ਕਰਦਿਆਂ ਸੁਣ ਰਿਹਾ ਸੀ, ਉਹ ਅਰਥ ਕਰ ਰਿਹਾ ਸੀ ਜਿਹੜਾ ਭਾਈ ਢੰਡਰੀਆਂ ਵਾਲਾ ਭਾਈ ਰਣਜੀਤ ਸਿੰਘ ਜੀ ਹੁਣਾਂ ਨੇ, ਖਿਮਾ ਕਰਨਾ ਬੜੇ ਸਤਿਕਾਰਯੋਗ ਨੇ, ਉਹਨਾਂ ਨੇ ਸਟੇਜ ਦੇ ਉੱਪਰ ਕੱਲ੍ਹ ਕਿਤੇ ਕੀਰਤਨ ਕੀਤਾ ਹੋਊਗਾ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੂਖਾਏ ਚਲੀਏ ਦੁੱਖ, ਸੋ ਕਿਉ ਵਿਸਰੈ ਮੇਰੀ ਮਾਏ। ਹੁਣ ਇੱਥੇ ਮਾਏ ਸ਼ਬਦ ਆਇਆ ਤੇ ਉਸ ਵੀਰ ਸੱਜਣ ਨੇ ਆਪਣੇ ਗੋਸ਼ਟੀ ਵਿੱਚ ਅਰਥ ਕਰ ਰਿਹਾ ਹੈ ਕਿ ਵੇਖੋ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਣੀ ਮਾਂ ਨਾਲ ਗੱਲਾਂ ਕਰ ਰਹੇ ਨੇ। ਹੁਣ ਇੱਥੇ ਮਾਂ ਦਾ ਅਰਥ ਇਹ ਨਹੀਂਗਾ, ਮਾਂ ਦਾ ਅਰਥ ਆਪਣੀ ਮਾਂ ਨੂੰ ਨਹੀਂ ਸੰਬੋਧਨ ਕੀਤਾ ਜਾ ਰਿਹਾ। ਮਾਂ ਦਾ ਅਰਥ ਹੈ ਗੁਰੂ ਰੂਪੀ ਮਾਂ, ਗੁਰੂ ਦੇ ਗਿਆਨ ਰੂਪੀ ਮਾਂ। ਹੇ ਮੇਰੀ ਮਾਂ, ਹੇ ਮੇਰੀ ਮੱਤ, ਜੋ ਮੈਨੂੰ ਸੱਚ ਦੇ ਰਸਤੇ ਤੇ ਤੋਰਨ ਵਾਲੀ ਹੈ, ਗੁਰੂ ਦੇ ਦੱਸੇ ਰਸਤੇ ਤੇ ਤੁਰ, ਕਿਉਂਕਿ ਉਹ ਤੋਂ ਬਿਨਾਂ ਮੇਰੇ ਜੀਵਨ ਦੇ ਕੋਈ ਮਾਇਨੇ ਨਹੀਂ। ਹੁਣ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਗੱਲਾਂ ਕਲੀਅਰ ਕੀਤੀਆਂ ਨੇ, ਪਰ ਅਸੀਂ ਜਾਣ ਬੁੱਝ ਕੇ ਜੇ ਉਹਨਾਂ ਦੇ ਅਰਥਾਂ ਨੂੰ ਨਹੀਂ ਸਮਝ ਪਾ ਰਹੇ ਤੇ ਫਿਰ ਤੇ ਇਹੀ ਗੱਲ ਹੈ ਕਿ ਅਸੀਂ ਸੰਸਾਰੀ ਲੋਕਾਂ ਨੂੰ ਆਪਣੇ ਆਕੇ ਮੰਨਿਆ, ਸੰਸਾਰੀ ਲੋਕਾਂ ਨੂੰ ਆਪਣਾ ਰੱਬ ਮੰਨਿਆ ਤੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਅਸੀਂ ਇਹ ਗੱਲਾਂ ਕਰ ਰਹੇ ਹਾਂ। ਜਿਹੜਾ ਪ੍ਰਚਾਰਕ ਸੱਚ ਦੇ ਰਸਤੇ ਤੇ ਤੁਰ ਪਿਆ ਨਾ, ਵੇਖੋ ਇਹ ਤੋਂ ਚੰਗਾ ਜੇ ਪ੍ਰਚਾਰਕ ਨਾ ਬਣੋ। ਵੀਰ ਮੇਰਿਓ, ਜੇ ਬਾਣੀ ਦੇ ਅਰਥ ਤੁਹਾਨੂੰ ਨਹੀਂ ਸਮਝ ਆ ਰਹੇ, ਜੇ ਅਸੀਂ ਬਾਣੀ ਦੇ ਅਰਥ ਮੂਲ ਮੰਤਰ ਦੀ ਕਸਵੱਟੀ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਚੰਦ ਕੁ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਹਾਂ, ਫਿਰ ਛੱਡ ਦਿਓ ਮੇਰਾ ਵੀਰੇ ਕੰਮ, ਕਿਉਂਕਿ ਫਿਰ ਤੁਹਾਨੂੰ ਧੋਖਾ ਦੇਣ ਦੀ ਲੋੜ ਨਹੀਂ। ਬਹੁਤ ਔਖਾ ਹੈ ਗੁਰੂ ਨਾਨਕ ਦੇ ਸ਼ਬਦ ਨੂੰ ਧੋਖਾ ਦੇਣਾ। ਗੁਰੂ ਨੂੰ ਕੀ ਧੋਖਾ ਦੇਣਾ? ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਤੋ ਸਾਹਿਬ ਕਹਿੰਦੇ ਨੇ, ਹੇ ਮੇਰੇ ਮਨ, ਗੁਰੂ ਜੀ ਦੀ ਸ਼ਰਨ ਵਿੱਚ ਪਿਆ ਰਿਹਾ ਕਰ, ਕਿਉਂਕਿ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਤੂੰ ਪਰਿਪੂਰਨ ਪਰਮਾਤਮਾ ਨੂੰ ਸਿਮਰ ਸਕਦਾ ਹੈ, ਉਹਨੂੰ ਯਾਦ ਕਰ ਸਕਦਾ ਹੈ। ਕਿਉਂਕਿ ਵਾਹਿਦ ਗੁਰੂ ਹੀ ਇੱਕ ਐਸਾ, ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਹੀ ਇੱਕ ਐਸਾ ਤਰੀਕਾ ਹੈ ਜਿਹਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਸਮਝਿਆ ਜਾ ਸਕਦਾ ਹੈ, ਪਰਮਾਤਮਾ ਦੇ ਸੱਚੇ ਗੁਣ ਜੀਵਨ ਵਿੱਚ ਵਸ ਸਕਦੇ ਹਨ। ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਵੇ। ਹੁਣ ਅਗਲੀ ਗੱਲ ਗੁਰੂ ਅਮਰਦਾਸ ਸਾਹਿਬ ਕਹਿੰਦੇ, ਗੁਰ ਕਾ ਸ਼ਬਦ ਮਨ ਵਸੈ। ਸ਼ਬਦ ਦੱਦੇ ਥੱਲੇ ਔਂਕੜ ਹੈ, ਮਨ ਨੰਨੇ ਨੂੰ ਸਿਹਾਰੀ ਲਾਈ ਹੈ। ਜਦੋਂ ਗੁਰੂ ਕਾ ਸ਼ਬਦ ਮਨ ਦੇ ਵਿੱਚ ਵਸ ਜਾਂਦਾ ਹੈ, ਗੁਰੂ ਦਾ ਸ਼ਬਦ ਜਦੋਂ ਮਨ ਵਿੱਚ ਵਸ ਜਾਂਦਾ ਹੈ, ਗੁਰੂ ਦੇ ਉਪਦੇਸ਼ ਜਦੋਂ ਮਨ ਵਿੱਚ ਘਰ ਘਰ ਜਾਂਦੇ ਹਨ, ਤੇ ਪ੍ਰਾਪਤੀ ਕੀ ਹੁੰਦੀ ਹੈ? ਮਨ ਤਨ ਨਿਰਮਲ ਹੋਏ। ਮਨੁੱਖ ਦਾ ਮਨ ਤੇ ਮਨੁੱਖ ਦਾ ਤਨ ਮੈਲ ਰਹਿਤ ਹੋ ਜਾਂਦਾ ਹੈ। ਜਦੋਂ ਮਨ ਨਿਰਮਲ ਹੋ ਗਿਆ, ਮਨੁੱਖ ਦੇ ਗਿਆਨ ਇੰਦਰੇ ਕਰਮ ਇੰਦਰੇ ਵੀ ਨਿਰਮਲ ਹੋ ਗਏ। ਹੁਣ ਬਾਹਰ ਦਾ ਤਨ ਤੇ ਤੀਰਥਾਂ ਤੇ ਜਾ ਕੇ ਨਹਾ ਲਿਆ,
ਕਿਸੇ ਨੇ ਸਰੋਵਰ ਵਿੱਚ ਇਸ਼ਨਾਨ ਕਰ ਲਿਆ, ਕਿਸੇ ਨੇ ਤੀਰਥ ਦੇ ਕੰਢੇ ਕਿਸੇ ਗੰਗਾ ਵਿੱਚ ਜਾ ਕੇ ਇਸ਼ਨਾਨ ਕਰ ਲਿਆ। ਇਹ ਬਾਹਰ ਦਾ ਇਸ਼ਨਾਨ ਹੈ। ਅੰਦਰ ਦਾ ਇਸ਼ਨਾਨ ਤੇ ਉਦੋਂ ਹੋਣਾ ਜਿੱਦਣ ਅਸੀਂ ਆਪਣੇ ਮਨ ਉੱਤੇ ਗੁਰੂ ਸ਼ਬਦ ਨੂੰ ਬਾਰ-ਬਾਰ ਸਾਬਣ ਵਾਂਗੂ ਲਾਵਾਂਗੇ, ਬਾਰ-ਬਾਰ ਗੁਰੂ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜਾਂਗੇ। ਇਹ ਗੱਲਾਂ ਮਾੜੀਆਂ ਨੇ। ਕ੍ਰੋਧ ਮਾੜਾ ਹੈ, ਨਫ਼ਰਤ ਮਾੜੀ ਹੈ, ਈਰਖਾ ਕਿਸੇ ਨਾਲ ਕਰਨੀ ਮਾੜੀ ਹੈ, ਗੰਦੀ ਸ਼ਬਦਾਵਲੀ ਬੋਲਣੀ ਮਾੜੀ ਹੈ, ਕਿਸੇ ਨੂੰ ਗਾਲਾਂ ਕੱਢਣੀਆਂ ਮਾੜੀਆਂ ਨੇ, ਕਿਸੇ ਦੇ ਨਾਲ ਦੁਰਵਿਵਹਾਰ ਕਰਨਾ ਮਾੜਾ ਹੈ। ਜਦੋਂ ਇਹ ਮਨ ਨੂੰ ਬਾਰ-ਬਾਰ ਸਮਝਾਵਾਂਗੇ ਗੁਰਬਾਣੀ ਗੁਰੂ ਸ਼ਬਦ ਨਾਲ, ਹੁਣ ਉੱਪਰੋਂ ਕੀ ਹੋਊਗਾ? ਵਿਕਾਰਾਂ ਦੀ ਮੈਲ ਨਿਕਲੂਗੀ। ਤੇ ਜਦੋਂ ਇਹ ਵਿਕਾਰਾਂ ਦੀ ਮੈਲ ਇਸ ਮਨ ਤੋਂ ਧੁੱਪੂਗੀ, ਜਦੋਂ ਗੁਰੂ ਸ਼ਬਦ ਬਾਰ-ਬਾਰ ਗੁਰੂ ਦਾ ਗਿਆਨ ਇਸ ਮਨ ਤੇ ਜਾਊਗਾ, ਤੇ ਮੈਲ ਜਦੋਂ ਰੱਥੇਗੀ ਫਿਰ ਤਨ ਵੀ ਨਿਰਮਲ ਹੋਵੇਗਾ। ਕਿਵੇਂ ਨਿਰਮਲ ਹੋਵੇਗਾ? ਜਦੋਂ ਮਨ ਹੀ ਮੈਲਾ ਨਹੀਂ ਤੇ ਤਨ ਦੇ ਵਿੱਚ ਵੀ ਫਿਰ ਮਿਲਾਵਟ ਮੈਲ ਨਹੀਂ, ਤਨ ਵੀ ਨਿਰਮਲ ਹੈ। ਕਿਉਂਕਿ ਐਸਾ ਮਨ ਤੇ ਤਨ ਨਿਰਮਲ ਹੋ ਕੇ ਹੀ ਗੁਰੂ ਸ਼ਬਦ ਦੇ ਨਾਲ ਜੁੜ ਸਕਦਾ ਹੈ। ਗੁਰੂ ਕਾ ਸ਼ਬਦ ਮਨ ਵਸੈ। ਜਦੋਂ ਗੁਰੂ ਦਾ ਸ਼ਬਦ ਮਨ ਵਿੱਚ ਵਸ ਜਾਂਦਾ ਹੈ, ਮਨ ਤਾਂ ਨਿਰਮਲ ਹੋਏ ਤੇ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ। ਮਨੁੱਖ ਤਨ ਤੋਂ ਅਰਥ ਉਹਦੇ ਗਿਆਨ ਇੰਦਰੇ, ਉਹਦੀ ਵੇਖਣ ਸ਼ਕਤੀ, ਉਹਦੀ ਬੋਲਣ ਸ਼ਕਤੀ, ਉਹਦੀ ਸੁਣ ਸ਼ਕਤੀ ਸਭ ਮੈਲ ਰਹਿਤ ਹੋ ਜਾਂਦੀ ਹੈ। ਫਿਰ ਕੋਈ ਮੈਲਾ ਉਹਦੀਆਂ ਅੱਖਾਂ 'ਚ ਮੈਲ ਨਹੀਂ ਹੁੰਦੀ, ਉਹਦੇ ਕੰਨਾਂ ਵਿੱਚ ਫਿਰ ਗੰਦੇ ਗੀਤ ਗੰਦੀਆਂ ਬਾਤਾਂ ਦੀ ਮੈਲ ਨਹੀਂ ਹੁੰਦੀ, ਉਹਦੇ ਜੀਭ ਉੱਤੇ ਗੰਦੇ ਸ਼ਬਦ ਨਹੀਂ ਹੁੰਦੇ। ਗੱਲ ਕਿ ਰੋਮ ਰੋਮ ਅੰਗ ਅੰਗ ਚਿੱਟਾ ਦੁੱਧ ਵਾਂਗੂ ਨਿਰਮਲ ਹੋ ਗਿਆ, ਅੰਦਰ ਪਵਿੱਤਰਤਾ ਆ ਗਈ ਹੈ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ ਵਾਲੀ ਅਵਸਥਾ ਬਣ ਗਈ ਹੈ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ ਅੱਜ ਦਾ, ਸ਼੍ਰੀ ਰਾਗ ਮਹੱਲਾ ਤੀਜਾ। ਇਹ ਰਹਾਓ ਦਾ ਬੰਦ ਆਪਾਂ ਵਿਚਾਰਿਆ। ਹੁਣ ਪਹਿਲੇ ਬੰਦ ਦੇ ਨਾਲ ਜੁੜੀਏ। ਧਨ ਜਨਨੀ ਜਿਨ ਆਏ ਜਾਇਆ, ਧਨ ਪਿਤਾ ਪ੍ਰਧਾਨ। ਹੁਣ ਆਮ ਕਰਕੇ ਜਦੋਂ ਇਹਦੇ ਅਰਥ ਆਪਾਂ ਕਰਦੇ ਹਾਂ, ਉਦੋਂ ਆਪਾਂ ਇੱਥੇ ਇਹ ਜੋੜਦੇ ਹਾਂ ਵੀ ਸ਼ਾਇਦ ਗੁਰੂ ਦੀ ਗੱਲ ਇੱਥੇ ਹੋ ਰਹੀ ਹੈ, ਕਿ ਗੁਰੂ ਜੀ ਦੀ ਬਾਤ ਚੱਲ ਰਹੀ ਹੈ ਵੀ ਉਹ ਮਾਂ ਧਨ ਆ, ਉਹ ਪਿਤਾ ਧਨ ਆ ਜਿਹਨੇ ਐਸਾ ਗੁਰੂ ਨੂੰ ਪੈਦਾ ਕੀਤਾ। ਹੁਣ ਗੁਰਮਤਿ ਵਿੱਚ ਲੱਭੀਏ ਵੀ ਕਿਹੜੀ ਜਨਨੀ ਦੀ ਗੱਲ ਕੀਤੀ ਹੈ, ਕਿਹੜੇ ਪਿਤਾ ਦੀ ਗੱਲ ਕੀਤੀ ਹੈ। ਇਹ ਹੁਣ ਆਪਾਂ ਗੁਰਬਾਣੀ ਦੇ ਵਿੱਚ ਲੱਭੀਏ, ਸਤਿਗੁਰੂ ਜੀ ਨੂੰ ਪੁੱਛੀਏ, ਕਿਉਂਕਿ ਇਹਦੇ ਉੱਪਰ ਕੀ ਦੁਨਿਆਵੀ ਪਿਤਾ ਦੀ ਗੱਲ ਕੀਤੀ ਹੈ ਕਿ ਜਨਨੀ ਜਿਹੜੀ ਬਾਤ ਕੀਤੀ ਹੈ ਕਿ ਉਹ ਦੁਨਿਆਵੀ ਮਾਂ ਦੀ ਗੱਲ ਕੀਤੀ ਹੈ ਕਿ ਦੁਨਿਆਵੀ ਪਿਤਾ ਦੀ ਗੱਲ ਕੀਤੀ ਹੈ। ਸਤਿਗੁਰੂ ਨੂੰ ਪੁੱਛ ਲੈਂਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਨੂੰ, ਕਿਉਂਕਿ ਜੇ ਅਸੀਂ ਆਪਣੇ ਵਿਚਾਰ ਲਾਵਾਂਗੇ ਸ਼ਾਇਦ ਕਿਤੇ ਨਾ ਕਿਤੇ ਅਧੂਰੇ ਰਹਿ ਜਾਣਗੇ। ਅਸੀਂ ਗੁਰੂ ਨੂੰ ਹੀ ਪੁੱਛਣਾ ਹੈ, ਕਿਉਂਕਿ ਗੁਰੂ ਤੋਂ ਹੀ ਰਜ਼ਾਮੰਦੀ ਲੈਣੀ ਹੈ। ਤੇ ਪੁੱਛਿਆ, ਲੱਭਦਿਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਭੱਟ ਸਾਹਿਬਾਨ ਦੇ ਕੋਲ ਪਹੁੰਚੇ। ਭੱਟ ਕਲ ਸਹਾਰ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ। ਕਹਿੰਦੇ ਕਿਹੜੀ ਮਾਂ ਹੈ ਗੁਰੂ ਰਾਮਦਾਸ ਸਾਹਿਬ ਦੀ, ਗੁਰੂ ਅਮਰਦਾਸ ਸਾਹਿਬ ਦੀ, ਕਿਹੜਾ ਪਿਤਾ ਹੈ ਗੁਰੂ ਸਾਹਿਬਾਨ ਦਾ। ਉਹਨਾਂ ਨੇ ਬੜਾ ਪਿਆਰਾ ਬਚਨ ਦਿੱਤਾ, ਸਵਈਆ ਲਿਖਿਆ ਭੱਟ ਕਲ ਸਹਾਰ ਸਾਹਿਬ ਜੀ ਨੇ। ਸਵਈਆ ਇਵੇਂ ਹੈ, ਪ੍ਰੇਮ ਭਗਤ ਪ੍ਰਵਾਹ, ਪ੍ਰੀਤ ਪੁਬਲੀ ਨਾ ਹੋਟੇ, ਸਤਿਗੁਰੂ ਸ਼ਬਦ ਅਥਾ, ਅੰਮਿਓ ਧਾਰਾ ਰਸ ਗੁੱਟੇ, ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ। ਹੁਣ ਇੱਥੇ ਇੱਕ ਗੱਲ ਪ੍ਰਗਟ ਹੋ ਰਹੀ ਹੈ। ਦੇਖੋ, ਭੱਟ ਸਾਹਿਬਾਨ ਗੱਲ ਨੂੰ ਕਲੀਅਰ ਕਰ ਰਹੇ ਨੇ। ਕਹਿੰਦੇ ਕੌਣ ਆ ਜਨਨੀ? ਮਤ ਮਾਤਾ। ਆ ਜਿਹੜੀ ਮੱਤ ਆ ਸਾਡੇ ਦਿਮਾਗ ਦੇ ਵਿੱਚ, ਸਾਡੇ ਮੱਥੇ ਦੇ ਵਿੱਚ ਜਿਹੜੀ ਮੱਤ ਬੈਠੀ ਹੈ, ਇਹ ਮਾਂ ਹੈ। ਹੁਣ ਇਹ ਮੱਤ ਰੂਪੀ ਮਾਂ ਕਿਉਂ ਹੈ? ਇੱਕ ਜਨਮਿਆ ਜਿਹੜਾ ਸਾਨੂੰ ਸੰਸਾਰੀ ਮਾਂ ਨੇ ਦਿੱਤਾ ਹੈ, ਇੱਕ ਜਨਮਿਆ ਜਿਹੜਾ ਸਾਨੂੰ ਬਾਰ-ਬਾਰ ਇਸ ਮੱਤ ਚੋਂ ਮਿਲਦਾ ਹੈ। ਜੇ ਮੱਤ ਮਨ ਦੀ ਮੱਤ ਪਿੱਛੇ ਲੱਗੀ ਹੈ ਤੇ ਮੱਤ ਤੋਂ ਪੈਦਾ ਹੋਣ ਵਾਲਾ ਇਨਸਾਨ ਕੁਕਰਮੀ ਹੋਊਗਾ, ਕਿਉਂਕਿ ਮੱਤ ਮੈਲੀ ਹੈ। ਮੱਤ ਜਿਹੜੀ ਸਿੱਖਿਆ ਦੇ ਰਹੀ ਉਹ ਮੈਲੀ ਦੇ ਰਹੀ ਹੈ। ਮੈਲੀਆਂ ਸਿੱਖਿਆਵਾਂ ਦੇ ਵਿੱਚੋਂ ਮਨਮੁਖ ਪੈਦਾ ਹੋ ਰਿਹਾ ਹੈ, ਸਾਕਤ ਪੈਦਾ ਹੋ ਰਿਹਾ ਹੈ, ਦੁਰਾਚਾਰੀ ਪੈਦਾ ਹੋ ਰਿਹਾ ਹੈ, ਕੁਕਰਮੀ ਪੈਦਾ ਹੋ ਰਿਹਾ ਹੈ, ਦੁਰਮਤੀਆ ਪੈਦਾ ਹੋ ਰਿਹਾ ਹੈ। ਪਰ ਜੇ ਮੱਤ ਨਿਰਮਲ ਹੈ, ਮੱਤ ਰੂਪੀ ਮਾਂ ਨਿਰਮਲ ਹੈ, ਆਪਾਂ ਕਈ ਵਾਰੀ ਕਹਿੰਦੇ ਹਾਂ ਇਸ ਮਾਂ ਨੇ ਮੱਤ ਦੀ ਨੂੰ ਚੰਗੀ ਦਿੱਤੀ। ਹੁਣ ਮਾਂ ਤੋਂ ਪੈਦਾ ਹੋਣ ਦਾ ਮਤਲਬ ਨਹੀਂ, ਮਾਂ ਨੇ ਮੱਤ ਕਿਹੜੀ ਦਿੱਤੀ ਹੈ, ਮੱਤ ਰੂਪੀ ਮਾਂ ਕਿਹੜੀ ਹੈ ਇਹਦੀ। ਤੋ ਸਾਹਿਬ ਕਹਿੰਦੇ, ਭੱਟ ਕਲ ਸਹਾਰ ਜੀ ਕਹਿੰਦੇ, ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ। ਕਹਿੰਦੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦੀ ਮਤ ਰੂਪੀ ਮਾਂ ਜਿਹੜੀ ਹੈ ਉਹ ਨਿਰਮਲ ਹੈ ਤੇ ਸੰਤੋਖ ਰੂਪੀ ਪਿਤਾ ਹੈ, ਜਿਸ ਦੇ
ਮਤ ਰੂਪੀ ਮਾਂ ਦੇ ਗਰਭ ਦੇ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਰਗਾ ਸੱਚ ਤੇ ਸੁੱਚੇ ਸਿਧਾਂਤ ਤੇ ਚੱਲਣ ਵਾਲਾ ਗੁਰੂ ਪੈਦਾ ਹੋਇਆ ਹੈ। ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ। ਸਰ ਦਾ ਅਰਥ ਹੈ ਸਰੋਵਰ, ਸਹਿਜ ਦਾ ਅਰਥ ਹੈ ਆਤਮਿਕ ਅਡੋਲਤਾ। ਸਹਿਜ ਤੇ ਆਤਮਿਕ ਅਡੋਲਤਾ ਦੇ ਇਸ ਕਰਕੇ ਇਸ ਸਰੋਵਰ ਦੇ ਵਿੱਚ ਉਹ ਸਮੋਏ ਰਹਿੰਦੇ ਹਨ ਕਿਉਂਕਿ ਗੁਰੂ ਰਾਮਦਾਸ ਸਾਹਿਬ ਦੀ ਮਾਤਾ ਕੀ ਹੈ? ਮਤ, ਤੇ ਪਿਤਾ ਹੈ ਸੰਤੋਖ। ਹੁਣ ਇਹਦੇ ਅਰਥ ਸਮਝ ਆ ਗਏ ਸਾਡੇ ਕੋਲ, ਅਰਥ ਉੱਭਰ ਕੇ ਆ ਗਏ। ਅਸੀਂ ਗੁਰਬਾਣੀ ਦੀ ਕਸਵੱਟੀ ਉੱਤੇ ਸਮਝ ਲੈ ਕਿ ਕੌਣ ਆ ਮਾਂ ਤੇ ਕੌਣ ਆ ਪਿਤਾ। ਭੱਟ ਕਲਸਹਾਰ ਜੀ ਨੇ ਜਵਾਬ ਦੇ ਦਿੱਤਾ ਕਿ ਮਤ ਜਿਹੜੀ ਹੈ, ਮਾਂ ਜਿਹੜੀ ਹੈ ਉਹ ਮਤ ਹੈ, ਪਿਤਾ ਹੈ ਜਿਹੜਾ ਸੰਤੋਖ ਹੈ। ਹੁਣ ਇੱਥੇ ਆਪਾਂ ਅਰਥ ਸਮਝੀਏ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਦਾਨ। ਕਹਿੰਦੇ ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ ਚੰਗੇ ਗੁਰੂ ਦੇ ਸਿੱਖ ਨੂੰ ਪ੍ਰਗਟ ਕੀਤਾ ਹੈ। ਕਿਉਂਕਿ ਰਾਹੌ ਦਾ ਬੰਦ ਆਪਾਂ ਦੁਬਾਰਾ ਮੈਂ ਇੱਥੇ ਇੱਕ ਵਾਰੀ ਦੱਸਣਾ ਚਾਹੁੰਦਾ, ਰਾਹੌ ਦੇ ਬੰਦ ਵਿੱਚ ਆਪਾਂ ਕਿੱਥੋਂ ਪੈਦਾ ਹੋਇਆ? ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੇ, ਮਨ ਤਨ ਨਿਰਮਲ ਹੋਏ। ਗੁਰੂ ਦੇ ਸ਼ਬਦ ਦੇ ਗਰਭ ਚੋਂ, ਗੁਰੂ ਦੇ ਸ਼ਬਦ ਦੇ ਗਿਆਨ ਦੇ ਵਿੱਚੋਂ ਪੈਦਾ ਕੌਣ ਹੋ ਰਿਹਾ ਹੈ? ਗੁਰਮੁਖ, ਗੁਰੂ ਦੇ ਗਿਆਨ ਤੇ ਤੁਰਨ ਵਾਲਾ ਗੁਰੂ ਦਾ ਸਿੱਖ, ਜਿਹਦੇ ਗਿਆਨ ਨੂੰ ਪ੍ਰਾਪਤ ਕਰਕੇ ਉਹਦਾ ਮਨ, ਉਹਦਾ ਤਨ ਨਿਰਮਲ ਹੋ ਗਿਆ ਹੈ। ਹੁਣ ਅਗਲਾ ਬੰਦ ਆ ਪਹਿਲਾ, ਸਭ ਕਹਿੰਦੇ ਧਨ ਜਨਨੀ, ਮਤ ਰੂਪੀ ਉਹ ਮਾਂ ਧਨ ਆ ਜਿਹੜੀ ਮਤ ਗੁਰੂ ਸ਼ਬਦ ਦੇ ਵਿੱਚ ਜੁੜ ਗਈ ਹੈ। ਜਿਹੜੀ ਮਤ ਪਹਿਲਾਂ ਮਨ ਮਤ ਫੈਲਾਉਂਦੀ ਸੀ, ਹੁਣ ਇਹ ਮਤ ਗੁਰੂ ਮਤ ਦੱਸ ਰਹੀ ਹੈ। ਹੁਣ ਇਸ ਸਿੱਖ ਨੂੰ ਗੁਰੂ ਦੀ ਮਤ ਮਿਲ ਰਹੀ ਹੈ, ਗੁਰੂ ਦਾ ਗਿਆਨ ਮਿਲ ਰਿਹਾ ਹੈ, ਤੇ ਧਨ ਆ ਫਿਰ ਉਹ ਮਤ ਰੂਪੀ ਗੁਰਮਤ ਰੂਪੀ ਮਾਂ, ਜਿਸ ਗੁਰੂ ਦੀ ਮਤ ਰੂਪੀ ਮਾਂ ਦੇ ਵਿੱਚੋਂ ਇੱਕ ਗੁਰੂ ਦੇ ਸਿੱਖ ਦਾ ਜਨਮ ਆ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਤੇ ਉਹ ਸੰਤੋਖ ਰੂਪੀ ਪਿਤਾ ਵੀ, ਸੰਤੋਖ ਰੂਪੀ ਪਿਤਾ ਵੀ ਧਨ ਆ ਜਿਨੇ ਐਸੇ ਗੁਰੂ ਦੇ ਸਿੱਖ ਦੇ ਅੰਦਰ ਸੰਤੋਖ ਪੈਦਾ ਕਰ ਦਿੱਤਾ। ਉਹ ਸੰਤੋਖੀ ਹੋ ਗਿਆ, ਉਹਦੇ ਅੰਦਰੋਂ ਤ੍ਰਿਸ਼ਨਾ ਦੀਆਂ ਬਿਰਤੀਆਂ ਖਤਮ ਹੋ ਗਈਆਂ। ਮੈਂ ਮੇਰੀ ਮੁੱਕ ਗਈ, ਮੇਰ ਤੇਰ ਮੁੱਕ ਗਈ। ਹੁਣ ਹਿਰਦੇ ਵਿੱਚ ਪ੍ਰੇਮ ਆ ਤੇ ਮਾਨਵਤਾ ਦਾ ਭਲਾ ਹੈ। ਹਿਰਦੇ ਵਿੱਚ ਸੱਚ ਆ ਤੇ ਸਾਰਿਆਂ ਨੂੰ ਇੱਕ ਸੱਚ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਹੈ। ਤੋ ਸਭ ਕਹਿੰਦੇ ਮੈਂ ਐਸੀ ਮਤ ਰੂਪੀ ਮਾਂ ਦੀ ਕੁਰਬਾਨ ਜਾਨਾ, ਸਦਕੇ ਜਾਨਾ, ਧਨ ਜਾਨਾ ਐਸੀ ਜਨਨੀ ਤੋਂ, ਐਸੀ ਮਤ ਤੋਂ ਜਿਹਨੇ ਗੁਰੂ ਦੇ ਸਿੱਖ ਨੂੰ ਪ੍ਰਗਟ ਕਰ ਦਿੱਤਾ ਹੈ। ਧਨ ਜਾਨਾ ਐਸੇ ਪਿਤਾ ਰੂਪੀ ਸੰਤੋਖ ਤੋਂ ਜਿਹੜਾ ਪ੍ਰਦਾਨ ਹੋਇਆ ਇਸ ਜੀਵਨ ਦੇ ਵਿੱਚ, ਜਿਹਨੇ ਸਿੱਧੇ ਰਾਹ ਤੇ ਇਸ ਜੀਵਨ ਨੂੰ ਲੈ ਆਂਦਾ ਤੇ ਜੀਵਨ ਸੱਚ ਦੇ ਰਸਤੇ ਤੇ ਤੁਰ ਪਿਆ। ਸਤਿਗੁਰੂ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਜਦੋਂ ਮਤ ਰੂਪੀ ਮਾਂ ਨੇ, ਪਿਤਾ ਰੂਪੀ ਸੰਤੋਖ ਨੇ ਸੱਚੇ ਗੁਰੂ ਰੂਪੀ ਗੁਰੂ ਸ਼ਬਦ ਦੇ ਨਾਲ ਮਿਲਾ ਦਿੱਤਾ ਤੇ ਕੀ ਮਿਲਿਆ? ਸਤਿਗੁਰੂ ਸੇਵ, ਸੱਚੇ ਗੁਰੂ ਦੇ ਗਿਆਨ ਦੇ ਉੱਪਰ ਤੁਰ ਕੇ ਉਹਦੀ ਸੇਵਾ ਕੀਤਿਆਂ, ਉਹਨੂੰ ਸਮਰਪਣ ਕੀਤਿਆਂ ਕੀ ਮਿਲਿਆ? ਸੁਖ ਪਾਇਆ, ਆਤਮਿਕ ਆਨੰਦ ਤੇ ਚੜ੍ਹਦੀ ਕਲਾ ਦਾ ਜੀਵਨ ਦੇ ਵਿੱਚ ਸੁਖ ਮਿਲਿਆ। ਫਿਰ ਅਗਲੀ ਗੱਲ ਕੀ ਹੋਈ? ਵਿੱਚੋਂ ਗਿਆ ਗੁਮਾਨ। ਹੁਣ ਜੀਵਨ ਦੇ ਵਿੱਚੋਂ ਹੰਕਾਰ ਮਿਟ ਗਿਆ, ਅੰਦਰੋਂ ਮੈਂ ਮੇਰੀ ਦੂਰ ਹੋ ਗਈ। ਅੰਦਰੋਂ ਗੁਮਾਨ ਜਿਹੜਾ ਸੀ ਨਾ ਆਪਣੇ ਸਰੀਰ ਦਾ, ਆਪਣੇ ਧਨ ਦਾ, ਆਪਣੇ ਪਦਾਰਥਾਂ ਦਾ, ਉਹ ਜਿਹੜਾ ਹੰਕਾਰ ਸੀ ਉਹ ਜੀਵਨ ਵਿੱਚੋਂ ਮਿਟ ਗਿਆ। ਹੁਣ ਜੀਵਨ ਵਿੱਚ ਨਿਮਰਤਾ ਹੈ, ਪ੍ਰੇਮ ਹੈ। ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ। ਦਰ ਸੇਵਨ, ਦੱਦੇ ਤੇ ਰਾਰੇ ਨੂੰ ਸਿਹਾਰੀ ਹੈ। ਦਰ ਭਾਵ ਗੁਰੂ ਦੇ ਦਰ ਤੇ, ਸੇਵਨ ਫਿਰ ਨੰਨੇ ਨੂੰ ਸਿਹਾਰੀ ਹੈ, ਭਾਵ ਸੇਵਦੇ ਹਨ ਸੰਤ ਜਨ। ਸੰਤ ਜਨ ਕਿਹੜੇ? ਇਹ ਚਿੱਟੇ ਕੱਪੜਿਆਂ ਵਾਲਿਆਂ ਸੰਤਾਂ ਦੀ ਭੇਖੀ ਭਰਮੀ ਪਖੰਡੀਆਂ ਦੀ ਗੱਲ ਨਹੀਂ ਇੱਥੇ ਹੋ ਰਹੀ। ਸੰਤ ਭਾਵ ਜੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਰੂਪੀ ਸੰਤ ਵਸ ਗਏ ਨੇ। ਸੰਤ ਕੀ ਹੈ? ਇੱਕ ਜੀਵਨ ਹੈ, ਸੰਤ ਇੱਕ ਵਿਚਾਰ ਹੈ, ਸੰਤ ਇੱਕ ਪ੍ਰੈਕਟੀਕਲ ਵਿਵਹਾਰ ਹੈ ਜਿਹਦੇ ਵਿੱਚ ਸਤ, ਸੰਤੋਖ, ਦਇਆ, ਨਿਮਰਤਾ, ਹਲੀਮੀ
ਗਰੀਬੀ ਆਦਿਕ ਇਹ ਚੰਗੇ ਗੁਣ ਜਿੱਥੇ ਵਸ ਗਏ, ਜਿੱਥੇ ਸੱਚ ਵਸ ਗਿਆ ਤੇ ਤਿਆਗ ਦੀ ਭਾਵਨਾ ਪੈਦਾ ਹੋ ਗਈ, ਜੀਵਨ ਦੇ ਵਿੱਚੋਂ ਮੇਰੀ ਖਤਮ ਹੋ ਗਈ, ਉਹਨੂੰ ਕਹਿੰਦੇ ਨੇ ਚੰਗੇ ਗੁਣਾਂ ਦੇ ਧਾਰਨੀ ਸੰਤ ਜਨ, ਜਿਨ੍ਹਾਂ ਦੇ ਅੰਦਰ ਚੰਗੇ ਗੁਣ ਟਿਕ ਗਏ, ਜਿਨ੍ਹਾਂ ਦਾ ਚੰਗਾ ਜੀਵਨ ਬਣ ਗਿਆ। ਐਸੇ ਗੁਰਮੁਖ ਪਿਆਰੇ, ਐਸੇ ਸੰਤ ਰੂਪੀ ਸ਼ੁਭ ਗੁਣ ਜਨ ਖੜੇ, ਉਹ ਸਦਾ ਹੀ ਗੁਰੂ ਦੇ ਸਿੱਖ, ਗੁਰੂ ਦੇ ਹੁਕਮ ਦੇ ਨਾਲ, ਗੁਰੂ ਜੀ ਦੇ ਗਿਆਨ ਨੂੰ ਲੈ ਕੇ ਸੱਚ ਦੇ ਰਸਤੇ ਤੇ ਤੁਰਨ ਵਾਸਤੇ ਸਦਾ ਤਿਆਰ ਬਰ ਤਿਆਰ ਰਹਿੰਦੇ ਹਨ। ਪਾਇਨ ਗੁਣੀ ਨਿਦਾਨ, ਤੇ ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਸੱਚਾ ਨਿਰਮਲ ਪਰਮਾਤਮਾ ਉਹਨਾਂ ਨੂੰ ਮਿਲ ਜਾਂਦਾ ਹੈ। ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ ਤੇ ਉਹਨਾਂ ਦੇ ਜੀਵਨ ਵਿੱਚ ਸੱਚ ਸਦਾ ਵਾਸਤੇ ਟਿਕ ਜਾਂਦਾ ਹੈ। ਦੁਬਾਰਾ ਇਸ ਪੰਕਤੀ ਦੇ ਅਰਥ ਸਮਝਾ ਦੇਵਾਂ, ਕਿਤੇ ਭੁਲੇਖਾ ਨਾ ਰਹਿ ਜਾਵੇ। ਦਰ ਸੇਵਨ ਸੰਤ ਜਨ ਖੜੇ, ਜਿਹੜੇ ਭਗਤ ਜਨ ਜਿਨ੍ਹਾਂ ਨੇ ਆਪਣੇ ਅੰਦਰ ਸ਼ੁਭ ਗੁਣ ਰੂਪੀ, ਸੰਤ ਰੂਪੀ ਸ਼ੁਭ ਗੁਣ ਟਿਕਾ ਲਏ ਹਨ, ਚੰਗੇ ਗੁਣਾਂ ਦਾ ਆਪਣੇ ਜੀਵਨ ਵਿੱਚ ਵਾਸਾ ਕਰ ਲਿਆ ਹੈ, ਦਰ ਖੜੇ ਦਰ ਸੇਵਨ ਸੰਤ ਜਨ ਖੜੇ, ਸਦਾ ਹੀ ਉਹ ਗੁਰੂ ਦੇ ਦਰ ਉੱਤੇ ਗੁਰੂ ਜੀ ਨੂੰ ਆਪਣਾ ਆਪਾ ਸਮਰਪਣ ਕਰਨ ਵਾਸਤੇ, ਆਪਣਾ ਸਭ ਕੁਝ ਗੁਰੂ ਤੋਂ ਵਾਰਨ ਵਾਸਤੇ ਉਹ ਸਦਾ ਹੀ ਤਿਆਰ ਬਰ ਤਿਆਰ ਰਹਿੰਦੇ ਹਨ। ਤੇ ਸੱਚਾ ਗੁਰੂ ਕੀ ਕਰਦਾ ਹੈ? ਪਾਇਨ ਗੁਣੀ ਨਿਦਾਨ, ਉਹਨਾਂ ਨੂੰ ਗੁਣਾ ਰੂਪੀ ਖਜ਼ਾਨਾ, ਪ੍ਰਮਾਤਮਾ ਦਾ ਗੁਣਾ ਰੂਪੀ ਖਜ਼ਾਨਾ ਉਹਨਾਂ ਨੂੰ ਸਦੀਵੀ ਮਿਲ ਜਾਂਦਾ ਹੈ। ਉਹ ਚੰਗੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲੈਂਦੇ ਹਨ ਤੇ ਹਰ ਵਕਤ ਚੰਗਾ ਸਦਾਚਾਰਕ ਜੀਵਨ, ਚੰਗਾ ਵਿਵਹਾਰ, ਹਰ ਵਕਤ ਚੰਗਾ ਬੋਲਣਾ, ਸਾਂਝ ਗੁਣਾਂ ਦੀ ਕਰਨੀ, ਅਵਗੁਣ ਜੀਵਨ ਵਿੱਚੋਂ ਕੱਢ ਦੇਣੇ, ਹਰ ਵਕਤ ਸੁਚੇਤ ਰਹਿਣਾ ਕਿ ਮੇਰੇ ਅੰਦਰ ਵਿਕਾਰ ਨਾ ਆ ਸਕਣ। ਐਸਾ ਜੀਵਨ ਫਿਰ ਉਹ ਜਿਉਣ ਲੱਗ ਪੈਂਦੇ ਹਨ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਫਿਰ ਹੇ ਮੇਰੇ ਮਨ, ਗੁਰੂ ਦੀ ਸ਼ਰਨ ਵਿੱਚ ਪੈ ਕੇ ਸਦਾ ਅਟਲ ਰਹਿਣ ਵਾਲੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਰੂਪੀ ਸਾਹਿਬ ਦੀ ਸੇਵਾ ਕਰ। ਹੋਰ ਕਿਸੇ ਦੀ ਚਾਕਰੀ ਤੈਨੂੰ ਕਰਨ ਦੀ ਲੋੜ ਨਹੀਂ, ਸਦਾ ਉਹਨੂੰ ਚੇਤੇ ਕਰ। ਗੁਰੂ ਕਾ ਸ਼ਬਦ ਮਨ ਵਸੈ, ਜਦੋਂ ਗੁਰੂ ਜੀ ਦੇ ਸੇਵਾ ਕਰੇਗਾ, ਗੁਰੂ ਜੀ ਦੇ ਚਰਨਾਂ 'ਚ ਜੁੜੇਗਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਵੇਂਗਾ, ਫਿਰ ਕੀ ਹੋਵੇਗਾ? ਗੁਰੂ ਕਾ ਸ਼ਬਦ ਮਨ ਵਸੈ, ਗੁਰੂ ਜੀ ਦਾ ਸਦਾ ਜੀਵਨ ਦੇਣ ਵਾਲਾ ਆਤਮਿਕ ਸ਼ਬਦ, ਗੁਰੂ ਜੀ ਦਾ ਗਿਆਨ ਜੀਵਨ ਵਿੱਚ ਵਸ ਜਾਵੇਗਾ, ਮਨ ਵਿੱਚ ਵਸ ਜਾਵੇਗਾ। ਮਨ ਤਨ ਨਿਰਮਲ ਹੋਏ, ਫਿਰ ਮਨ ਤੇ ਤਨ ਇਹ ਮੈਲ ਰਹਿਤ ਹੋ ਜਾਣਗੇ, ਪਵਿੱਤਰ ਹੋ ਜਾਣਗੇ, ਨਿਰਮਲ ਹੋ ਜਾਣਗੇ। ਰਹਾਓ, ਕਰ ਕਿਰਪਾ ਘਰ ਆਇਆ, ਆਪੇ ਮਿਲਿਆ ਆਏ। ਕਰ ਕਿਰਪਾ ਘਰ ਆਇਆ, ਆਪੇ ਮਿਲਿਆ ਆਏ। ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਪੈ ਗਿਆ, ਸਮਰਪਣ ਕਰ ਦਿੱਤਾ ਆਪਣਾ ਸਭ ਕੁਝ। ਇਹ ਬੜੀ ਪਿਆਰੀ ਵਿਚਾਰ ਆ ਗੁਰੂ ਅਮਰਦਾਸ ਸਾਹਿਬ ਜੀ ਦੀ। ਸਾਰਾ ਕੁਝ ਪ੍ਰੈਕਟੀਕਲ ਤੇ ਪ੍ਰੈਕਟਿਸ ਆ। ਇਹ ਕੋਈ ਗੱਲਾਂ ਬਾਤੀਆਂ ਵਾਲੀ ਬਾਤਾਂ ਨਹੀਂ ਵੀ ਅਸੀਂ ਕੰਨਾਂ ਤੋਂ ਸੁਣ ਲਈਆਂ ਤੇ ਵਾਹ ਵਾਹ ਕੀਤਾ ਤੇ ਬਸ ਗੱਲ ਮੁੱਕ ਗਈ। ਇਹ ਗੁਰੂ ਜੀ ਨੇ ਸਾਡੇ ਸਾਹਮਣੇ ਪ੍ਰੈਕਟੀਕਲ ਜੀਵਨ ਰੱਖਿਆ। ਆ ਜਿਹੜੇ ਸਾਡੇ ਜੀਵਨ 'ਚ ਸਵਾਲ ਤੁਰਦੇ ਰਹਿੰਦੇ ਆ ਨਾ, ਕਿਵੇਂ ਗੁਰਸਿੱਖ ਬਣੀਏ, ਕਿਵੇਂ ਜੀਵਨ ਨੂੰ ਸੰਭਾਲੀਏ, ਬਿਲਕੁਲ ਪ੍ਰੈਕਟੀਕਲ ਥਿਊਰੀ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੀ ਹੈ। ਇਹ ਥਿਊਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਪ੍ਰੈਕਟਿਸ ਕੀਤੀ ਹੈ ਤੇ ਸਾਡੇ ਸਾਹਮਣੇ ਐਕਸਪੈਰੀਮੈਂਟ ਕਰਕੇ ਰੱਖਿਆ ਹੈ ਵੀ ਆਹ ਥਿਊਰੀ ਨੂੰ ਜੇ ਤੂੰ ਅਬਜ਼ਰਵ ਕਰ ਲਵੇਂ, ਜੇ ਵਸਾ ਲਵੇਂ ਜੀਵਨ 'ਚ, ਤੇ ਜ਼ਰੂਰ ਪ੍ਰਾਪਤ ਹੋਵੇਗਾ ਤੈਨੂੰ ਕੁਛ ਨਾ ਕੁਛ, ਜ਼ਰੂਰ ਤੂੰ ਸੱਚ ਦੇ ਰਸਤੇ ਤੇ ਤੁਰੇਗਾ। ਕਰ ਕਿਰਪਾ ਘਰ ਆਇਆ, ਜਦੋਂ ਮੈਂ ਗੁਰੂ ਜੀ ਦੀ ਸ਼ਰਨ ਵਿੱਚ ਪਿਆ, ਆਪਣੇ ਮਨ ਨੂੰ ਗੁਰੂ ਸ਼ਬਦ ਵਿੱਚ ਜੋੜਿਆ, ਗੁਰੂ ਦੇ ਸਿਧਾਂਤ ਦੇ ਉੱਪਰ ਮਨ ਟਿਕਣ ਲੱਗਾ, ਤੇ ਸਦਾ ਅਟਲ ਰਹਿਣ ਵਾਲਾ ਜੋ ਸਾਰਿਆਂ ਵਿੱਚ ਵਸਦਾ ਪਰਿਪੂਰਨ ਪਰਮਾਤਮਾ ਨਾ, ਕਰ ਕਿਰਪਾ ਕਰ ਆਇਆ। ਉਹ ਕਿਰਪਾ ਉਹਨੇ ਮੇਰੇ ਤੇ ਕੀਤੀ ਤੇ ਉਹ ਇਸ ਘਰ ਦੇ ਵਿੱਚ ਆ ਗਿਆ। ਕਿੰਨੇ ਪਿਆਰੇ ਬਚਨ ਨੇ। ਸਾਡੇ ਘਰ ਕਿਸੇ ਬੜੇ ਖਾਸ ਮਹਿਮਾਨ ਨੇ ਆਉਣਾ ਹੋਵੇ ਨਾ, ਤੇ ਆਪਾਂ ਬੜਾ ਕੁਛ ਕਰਦੇ ਹਾਂ, ਸਾਫ ਸੁਥਰਾ ਸਫਾਈਆਂ ਕਰਦੇ ਹਾਂ। ਸਭ ਕਹਿੰਦੇ ਇਵੇਂ ਜਦੋਂ ਪਰਿਪੂਰਨ ਪਰਮਾਤਮਾ ਰੂਪੀ ਇਸ ਘਰ ਦਾ ਮਾਲਕ ਪਤੀ ਜਦੋਂ ਘਰ ਵੱਲ ਨੂੰ ਆਉਂਦਾ ਵਾ ਨਾ, ਤੇ ਮੈਂ ਪਤਾ ਕੀ ਕਰਦਾ ਵਾਂ, ਮੈਂ ਵੀ ਇਹਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਆਗਾਜ਼ ਹੋ ਗਿਆ ਹੈ, ਪਰਮਾਤਮਾ ਮੇਰਾ ਆ ਰਿਹਾ ਹੈ।
ਹੁਣ ਮੈਂ ਮਿੱਤਰਤਾ ਤੋੜ ਦਿੱਤੀ ਉਹਨਾਂ ਨਾਲ। ਨਸ ਵੰਜੋ ਕਿਲ ਵੇਖੋ ਕਰਤਾ ਕਰ ਆਇਆ। ਦੌੜ ਜਾਓ ਗੰਦੇ ਸੁਭਾਓ ਗੰਦੇ ਵਿਕਾਰੋ, ਦੌੜ ਜਾਓ ਗੰਦੀਆਂ ਵਿਚਾਰਾਂ ਮੇਰੇ ਵਿੱਚੋਂ। ਹੁਣ ਮੈਂ ਤੁਹਾਡਾ ਸਾਥੀ ਨਹੀਂ ਬਣਨਾ। ਹੁਣ ਮੈਂ ਗੰਦੇ ਵਿਚਾਰ ਨਹੀਂ ਆਪਣੇ ਅੰਦਰ ਪੈਦਾ ਹੋਣ ਦੇਣੇ। ਹੁਣ ਗੰਦੇ ਖਿਆਲ ਨਹੀਂ ਆਉਣ ਦੇਣੇ। ਹੁਣ ਇਹ ਗੰਦੇ ਵਿਕਾਰ ਨਹੀਂ ਆਉਣ ਦੇਣੇ। ਦੌੜ ਜਾਓ ਮੇਰੇ ਵਿੱਚੋਂ। ਅੱਜ ਤੋਂ ਮੇਰਾ ਤੁਹਾਡਾ ਤੇ ਮੇਰਾ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਇਸ ਘਰ ਦਾ ਅਸਲੀ ਮਾਲਕ ਪਰਮਾਤਮਾ ਮੇਰੇ ਘਰ ਵਿੱਚ ਆ ਗਿਆ। ਕਰ ਕਿਰਪਾ ਘਰ ਆਇਆ। ਉਹਨੇ ਮੇਰੇ ਤੇ ਕਿਰਪਾ ਕੀਤੀ। ਸਤਿਗੁਰੂ ਜੀ ਨੇ ਗਿਆਨ ਦਿੱਤਾ। ਸਤਿਗੁਰੂ ਜੀ ਵਿੱਚ ਵਿਚੋਲੇ ਬਣੇ। ਉਹਨਾਂ ਨੇ ਮੇਰੀ ਜਗ੍ਹਾ ਮੇਰੇ ਪਰਮਾਤਮਾ ਨਾਲ ਬਾਤ ਕੀਤੀ। ਇਸ ਸਿੱਖ ਦੇ ਜੀਵਨ ਵਿੱਚ ਤੁਹਾਡਾ ਵਾਸਾ ਚਾਹੀਦਾ ਹੈ। ਅੱਜ ਤੋਂ ਇਹਨੇ ਆਪਣੇ ਜੀਵਨ ਦੇ ਵਿੱਚੋਂ ਜਿਹੜੇ ਪਹਿਲਾਂ ਇਸ ਸੰਸਾਰੀ ਲੋਕਾਂ ਦੀਆਂ ਟੇਕਾਂ ਧਾਰਦਾ ਸੀ, ਮੜੀਆਂ ਮਸਾਨਾ ਪਖੰਡਾਂ ਤੇ ਤੁਰਿਆ ਫਿਰਦਾ ਸੀ, ਕਰਮਕਾਂਡ ਕਰਦਾ ਸੀ, ਹੇ ਮੇਰੇ ਪਰਮਾਤਮਾ ਜੀ ਮੈਂ ਵਾਸਤਾ ਦਿੰਨਾ ਹੈ। ਅੱਜ ਤੋਂ ਮੇਰੇ ਸਿੱਖ ਨੇ ਇਹ ਕਰਮਕਾਂਡ ਇਹ ਪਖੰਡ ਛੱਡ ਦਿੱਤੇ ਨੇ। ਅੱਜ ਤੋਂ ਪੂਰਨ ਤਰੀਕੇ ਨਾਲ ਭਰੋਸਾ ਤੁਹਾਡੇ ਤੇ ਕਰ ਲਿਆ ਹੈ। ਹੁਣ ਤੁਸੀਂ ਇਹਦੇ ਘਰ ਦੇ ਵਿੱਚ ਸਦਾ ਵਾਸਤੇ ਵਸਦੇ ਹੋ, ਰਸਦੇ ਹੋ, ਤੇ ਹੁਣ ਇਹਨੂੰ ਆਪਣੇ ਨਾਲ ਜੋੜ ਲਓ। ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ। ਤੇ ਮੇਰੇ ਗੁਰੂ ਜੀ ਨੇ ਕਿਰਪਾ ਕਰਕੇ ਪਰਿਪੂਰਨ ਪ੍ਰਮਾਤਮਾ ਜੀ ਦਾ ਮੈਨੂੰ ਸੁਨੇਹਾ ਦੱਸ ਦਿੱਤਾ ਤੇ ਮੇਰਾ ਸੁਨੇਹਾ ਪ੍ਰਮਾਤਮਾ ਤੱਕ ਪਹੁੰਚਾ ਦਿੱਤਾ। ਤੇ ਹੁਣ ਸਦਾ ਅਟਲ ਰਹਿਣ ਵਾਲਾ ਪ੍ਰਮਾਤਮਾ ਮੇਰੇ ਹਿਰਦੇ ਘਰ ਦੇ ਵਿੱਚ ਵਸਣ ਲੱਗ ਪਿਆ ਹੈ। ਹੁਣ ਮੈਂ ਕੋਈ ਵਿਵਚਾਰ ਨਹੀਂ ਕਰਦਾ। ਹੁਣ ਮੈਨੂੰ ਇਹ ਡਰ ਨਹੀਂ ਕਿ ਮੈਂ ਦਰਵਾਜ਼ਾ ਬੰਦ ਕਰਕੇ ਗੁਨਾਹ ਕਰਨਾ, ਮੈਨੂੰ ਕੋਈ ਵੇਖ ਲੂਗਾ। ਹੁਣ ਮੈਂ ਗੁਨਾਹ ਹੀ ਨਹੀਂ ਕਰਦਾ। ਬਾਬਾ ਕਬੀਰ ਜੀ ਨੂੰ ਪੁੱਛਿਆ ਨਾ, ਆ ਰਾਜੇ ਵੱਡੇ ਵੱਡੇ ਡਰਾਉਣ ਦਾ ਤੁਹਾਨੂੰ ਯਤਨ ਕਰਦੇ, ਤੁਸੀਂ ਡਰਦੇ ਕਿਉਂ ਨਹੀਂ? ਬਾਬਾ ਕਬੀਰ ਜੀ ਕਹਿੰਦੇ, ਭੂਪਤ ਜਿਹੜੇ 2-4 ਦਿਨ ਦੇ ਰਾਜੇ, ਮੈਂ ਇਹਨਾਂ ਤੋਂ ਨਹੀਂ ਡਰਦਾ। ਮੈਂ ਹਰ ਵਕਤ ਆਪਣੇ ਨਾਲ ਉਸ ਸਦੀਵੀ ਅਕਾਲ ਪੁਰਖ ਜੋ ਰਹਿਣ ਵਾਲਾ ਦੁਨੀਆ ਦਾ ਮਹਾਨ ਬਾਦਸ਼ਾਹ ਵਾ ਨਾ, ਮੈਂ ਉਹਦੀ ਗੁਲਾਮੀ ਕਰਦਾ। ਤੇ ਜਦੋਂ ਉਹ ਮੇਰੇ ਨਾਲ ਹਰ ਵਕਤ ਰਹਿੰਦਾ ਹੈ, ਫਿਰ ਮੈਂ ਕਿਉਂ ਲੁਕ ਕੇ ਵਿਚਾਰ ਕਰਾਂ? ਕਿਉਂਕਿ ਮੈਂ ਬੁਰੇ ਬੰਨੇ ਜਾਂਦਾ ਹੀ ਨਹੀਂ, ਮੈਂ ਬੁਰੇ ਵਾਲੇ ਕੰਮ ਕਰਦਾ ਹੀ ਨਹੀਂ। ਮੈਂ ਲੋਕਾਂ ਤੋਂ ਡਰਦਾ ਮਾਰਾ ਨਹੀਂ ਬੁਰੇ ਕੰਮ ਨਹੀਂ ਕਰਦਾ। ਅੱਜ ਪਤਾ ਕੀ ਹੈ, ਅਸੀਂ ਲੋਕਾਂ ਤੋਂ ਡਰਦੇ ਨਹੀਂ, ਚੋਰੀ ਕਰਦੇ। ਚੋਰੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਕਿਹੜਾ ਪਿੱਛੇ ਰਹੂਗਾ? ਕਿਤੇ ਸੋਨੇ ਦੇ ਅੰਬਾਰ ਲੱਗੇ ਹੋਣ ਤੇ ਕਿਹੜਾ ਕਹਿੰਦਾ ਵੀ ਮੇਰਾ ਵਿੱਚੋਂ ਮੈਂ ਬਹਿਤੀ ਗੰਗਾ ਚੋਂ ਹੱਥ ਨਾ ਧੋਵਾਂ? ਪਰ ਹੈਨ ਅੱਜ ਵੀ ਗੁਰੂ ਸਿੱਖ। ਮੈਂ ਹੈਰਾਨ ਹੋ ਜਾਂਦਾ ਕਈ ਵਾਰੀ, ਕਈ ਅਖਬਾਰਾਂ ਤੇ ਵੇਖਣਾ, ਇੱਕ ਪਿੱਛੇ ਜੇ ਗੁਰੂ ਦੇ ਸਿੱਖ ਨੇ ਡਾਲਰਾਂ ਦਾ ਭਰਿਆ ਬੈਗ ਉਹਨੂੰ ਵਾਪਸ ਕਰ ਦਿੱਤਾ। ਇਹ ਆ ਜਿਹਨੂੰ ਪ੍ਰਮਾਤਮਾ ਆਪਣੇ ਹਾਜ਼ਰ ਨਾਜ਼ਰ ਨਜ਼ਰ ਆਉਂਦਾ ਹੈ। ਸਾਡੇ ਵਰਗੇ ਨਹੀਂ ਕਿ ਜਿਨ੍ਹਾਂ ਨੇ ਮੁਖੋਟੇ ਮੂੰਹ ਤੇ ਗੁਰਸਿੱਖੀ ਦੇ ਓੜੇ ਨੇ, ਅੰਦਰ ਮਨਮੁਖਤਾਈ ਬੈਠੀ ਹੈ। ਜਿੱਥੇ ਗੁਰੂ ਘਰ ਕਰ ਗਿਆ ਨਾ, ਗੁਰੂ ਸ਼ਬਦ ਘਰ ਕਰ ਗਿਆ, ਉੱਥੇ ਸਮਝ ਪੈ ਜਾਵੇਗੀ ਮੈਂ ਇਕੱਲਾ ਨਹੀਂ, ਮੇਰੇ ਨਾਲ ਮੇਰਾ ਪ੍ਰਮਾਤਮਾ ਹੈ, ਸਦਾ ਅੰਗ ਸੰਗ ਹੈ। ਮੈਂ ਲੋਕਾਂ ਤੋਂ ਡਰਦਾ ਨਹੀਂ ਕਰਕੇ ਮੈਂ ਗੁਨਾਹ ਨਹੀਂ ਕਰਦਾ। ਮੈਂ ਇਸ ਕਰਕੇ ਗੁਨਾਹ ਨਹੀਂ ਕਰਦਾ ਕਿਉਂਕਿ ਮੇਰਾ ਪ੍ਰਮਾਤਮਾ ਮੈਨੂੰ ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਉਹ ਸਦਾ ਮੇਰੇ ਅੰਗ ਸੰਗ ਹੈ। ਮੈਂ ਦਰਵਾਜ਼ੇ ਬੰਦ ਕਰਕੇ ਗੁਨਾਹ ਨਹੀਂ ਕਿਉਂ ਕਰਾਂ? ਮੈਂ ਕਿਉਂ ਵਿਚਾਰ ਕਰਾਂ? ਮੈਂ ਕਿਉਂ ਮਾੜਾ ਬੋਲਾਂ? ਕਿਉਂ ਝੂਠ ਬੋਲਾਂ ਕਿ ਇੱਕ ਝੂਠ ਨੂੰ ਛਪਾਉਣ ਵਾਸਤੇ ਹਜ਼ਾਰਾਂ ਬੋਲਣੇ ਪੈਣ? ਸੱਚ ਇੱਕ ਵਾਰੀ ਬੋਲਿਆ ਮਰਦਾਂ ਵਾਲੀ ਬਾਤ ਹੈ। ਤੋ ਸੱਚੇ ਪਾਤਸ਼ਾਹ ਕਹਿੰਦੇ, ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ। ਗੁਰੂ ਦੀ ਸ਼ਰਨ ਵਿੱਚ ਪਿਆ, ਗੁਰੂ ਸ਼ਬਦ ਵਿੱਚ ਜੁੜਿਆ, ਪਰਮਾਤਮਾ ਜੀਵ ਦੇ ਹਿਰਦੇ ਘਰ ਵਿੱਚ ਆ ਵਸਦਾ ਹੈ ਤੇ ਆਪ ਹੀ ਆ ਕੇ ਮਿਲ ਪੈਂਦਾ ਹੈ। ਗੁਰ ਸ਼ਬਦੀ ਸਾਲਾਹੀ ਹੈ ਰੰਗੇ ਸਹਿਜ ਸੁਭਾਏ। ਗੁਰ ਸ਼ਬਦੀ ਸਲਾਹੀ ਹੈ। ਵੇਖੋ, ਮੈਂ ਬਾਰ-ਬਾਰ ਤੁਹਾਡਾ ਧਿਆਨ ਇੱਧਰ ਨੂੰ ਕੇਂਦਰਿਤ ਕਰਦਾ, ਸਾਰੇ ਸਰੋਤਿਆਂ ਜਨਾਂ ਦਾ ਜਿਹੜੇ ਸਰਵਣ ਕਰਦੇ ਨੇ। ਸਤਿਗੁਰੂ ਜੀ ਬਾਰ-ਬਾਰ ਗੁਰੂ ਸ਼ਬਦ ਦੀ ਗੱਲ ਕਰਦੇ ਨੇ, ਬਾਰ-ਬਾਰ, ਕਿਸੇ ਦੇਹ ਦੀ ਗੱਲ ਨਹੀਂ ਕਰ ਰਹੇ। ਗੁਰ ਸ਼ਬਦੀ ਸਲਾਹੀ ਹੈ ਰੰਗੇ ਸਹਿਜ ਸੁਭਾਏ। ਗੁਰੂ ਸ਼ਬਦੀ, ਗੁਰੂ ਦੇ ਸ਼ਬਦ ਦੇ ਰਾਹੀਂ ਸਲਾਹੀ ਹੈ, ਐੜੇ ਨੂੰ ਦਲਾਈਆਂ ਨੇ, ਸਲਾਇਆ ਜਾ ਸਕਦਾ ਹੈ। ਰੰਗੇ ਰੰਗ ਦਿੰਦਾ ਹੈ, ਸਹਿਜ ਜੱਜੇ ਨੂੰ ਸਿਆਰੀ, ਅਰਥ ਨੇ ਆਤਮਿਕ ਅਡੋਲਤਾ ਦੇ ਵਿੱਚ, ਸੁਭਾਏ ਪ੍ਰੇਮ ਰਸ ਵਿੱਚ। ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੇ ਵਿੱਚ ਇਹ ਮਨ ਪਤੀਜ ਜਾਂਦਾ ਹੈ, ਗੁਰੂ ਸ਼ਬਦੀ, ਗੁਰੂ ਦੇ ਸ਼ਬਦ ਵਿੱਚ ਜਦੋਂ ਇਹ ਮਨ ਪਤੀਜ ਜਾਂਦਾ ਹੈ, ਗੁਰੂ ਦੀ ਮੱਤ ਤੇ ਜੀਵਨ ਤੁਰਨ ਲੱਗ ਪੈਂਦਾ ਹੈ। ਸਲਾਹੀ ਹੈ
ਫਿਰ ਸਦਾ ਵਾਸਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਇਹ ਮਨ ਟਿਕ ਜਾਂਦਾ ਹੈ। ਹਰ ਵਕਤ ਫਿਰ ਜਿੰਨਾ ਕ੍ਰੈਡਿਟ ਹੈ ਪਰਮਾਤਮਾ ਨੂੰ ਦਿੰਦਾ ਹੈ। ਇਹ ਪਦਾਰਥ ਪਰਮਾਤਮਾ ਦੇ ਨੇ, ਇਹ ਘਰ ਪਰਮਾਤਮਾ ਦਾ ਹੈ, ਬੱਚੇ ਪਰਮਾਤਮਾ ਦੇ ਨੇ। ਉਹਨੇ ਮੈਨੂੰ ਕਿਰਾਏ ਵਾਂਗੂ ਵਰਤਣ ਲਈ ਦਿੱਤੇ ਨੇ। ਮੈਂ ਇਸ ਧਰਤੀ ਤੇ ਆਇਆ, ਪਰਮਾਤਮਾ ਨੂੰ ਪਤਾ ਸੀ ਨੇ ਇਕੱਲੇ ਨਹੀਂ ਰਹਿ ਪਾਉਣਾ, ਮਾਤਾ ਪਿਤਾ ਦੇ ਦਿੱਤੇ। ਮਾਤਾ ਪਿਤਾ ਨੇ ਮੇਰੇ ਸਿਰ ਤੇ ਇੱਕ ਛੱਤ ਬਣ ਕੇ ਸਦਾ ਮੇਰੀ ਪਾਲਣਾ ਪੋਸ਼ਣਾ ਕੀਤੀ। ਹਰ ਇੱਕ ਮੇਰੇ ਦੁੱਖ ਨੂੰ ਮੇਰੀ ਮਾਂ ਨੇ ਬੜੇ ਨੇੜੇ ਹੋ ਕੇ ਵੇਖਿਆ। ਮੈਨੂੰ ਆਪ ਸੁੱਕੇ ਥਾਂ ਪਾਇਆ, ਆਪ ਉਹ ਗਿੱਲੇ ਥਾਂ ਪੈਂਦੀ ਰਹੀ। ਮੇਰਾ ਬਾਪ ਮੈਨੂੰ ਚੰਗਾ ਜੀਵਨ ਦੇਣ ਵਾਸਤੇ ਆਪ ਭੱਖਦਾ ਰਿਹਾ, ਆਪ ਮਿਹਨਤਾਂ ਕਰਦਾ ਰਿਹਾ, ਆਪ ਉਸਨੇ ਆਪਣੇ ਵਾਸਤੇ ਕੁਝ ਵੀ ਇਕੱਠਾ ਨਹੀਂ ਕੀਤਾ ਮੈਨੂੰ ਪਾਲਣ ਵਾਸਤੇ। ਜਿੱਦਣ ਮੈਂ ਵੱਡਾ ਹੋਇਆ, ਹੁਣ ਇੱਕ ਮੇਰਾ ਫਰਜ਼ ਬਣਦਾ ਸੀ ਮੈਂ ਆਪਣੇ ਮਾਤਾ ਪਿਤਾ ਦੇ ਸਿਰ ਤੇ ਛੱਤ ਬਣਦਾ, ਪਰ ਹੋਇਆ ਐਵੇਂ ਨਹੀਂ। ਬਹੁਤਾਤ ਇਸ ਤਰ੍ਹਾਂ ਦੇ ਨੇ, ਮਾਤਾ ਪਿਤਾ ਵਿਸਾਰ ਦਿੱਤੇ। ਸਤਿਗੁਰੂ ਕਹਿੰਦੇ ਸੁਖਮਨੀ ਸਾਹਿਬ ਦੇ ਵਿੱਚ ਨਾ ਪਰਮਾਤਮਾ ਦਾ ਇੱਕ ਬੜਾ ਪਿਆਰਾ ਗੁਣ ਸਾਹਿਬਾਂ ਨੇ ਬਿਆਨ ਕੀਤਾ, ਬੜਾ ਪਿਆਰਾ ਗੁਣ ਬਿਆਨ ਕੀਤਾ ਪਰਮਾਤਮਾ ਦਾ। ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਕਹਿੰਦੇ ਉਹ ਰੱਬ ਕੈਸਾ ਹੈ, ਉਹ ਪਹਿਲਾਂ ਤੈਨੂੰ ਪੈਦਾ ਕਰਦਾ ਹੈ, ਆਪ ਹੀ ਤੇਰੇ ਵਾਸਤੇ ਦੁੱਧ ਬਣਦਾ ਹੈ, ਆਪ ਹੀ ਤੈਨੂੰ ਦੁੱਧ ਪਿਆਉਂਦਾ ਹੈ, ਆਪ ਹੀ ਤੇਰੇ ਵਾਸਤੇ 36 ਪ੍ਰਕਾਰ ਦੇ ਭੋਜਨ ਤਿਆਰ ਕਰਦਾ ਹੈ। ਫਿਰ ਆਪ ਹੀ ਜਦੋਂ ਤੂੰ ਬਿਰਧ ਹੋ ਜਾਂਦਾ ਹੈ, ਫਿਰ ਪੁੱਤਰ ਬਣ ਕੇ ਫਿਰ ਤੇਰੀ ਸੇਵਾ ਦੇ ਵਿੱਚ ਖੜ ਜਾਂਦਾ ਹੈ। ਕੈਸਾ ਰੱਬ ਹੈ। ਗੁਰੂ ਅਰਜਨ ਦੇਵ ਜੀ ਕਿੰਨੇ ਵਿਸਮਾਦ ਹੋ ਕੇ ਗੱਲ ਪ੍ਰਮਾਤਮਾ ਦੀ ਕਹਿੰਦੇ ਨੇ। ਕਹਿੰਦੇ ਉਹਦੇ ਨਾਲ ਨਾਤਾ ਪਾ, ਗੁਰ ਸ਼ਬਦੀ ਸਾ ਲਾਹੀ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਐਸੇ ਸੋਹਣੇ ਪਰਿਪੂਰਨ ਪਰਮਾਤਮਾ ਦੇ ਮੈਨੂੰ ਗਿਆਨ ਦੀ ਗੱਲ ਸਮਝ ਆਉਣ ਲੱਗੀ। ਗੁਰੂ ਸ਼ਬਦ ਵਿੱਚੋਂ ਮੇਰੇ ਪਰਮਾਤਮਾ ਦੀਆਂ ਸਿਫਤਾਂ ਮੈਨੂੰ ਸਮਝ ਆਉਣ ਲੱਗੀਆਂ ਤੇ ਮੈਂ ਉਹਦੀ ਸਲਾਹਨਾ ਕਰਨ ਲੱਗਾ। ਰੰਗੇ ਸਹਿਜ ਸੁਭਾਏ। ਤੇ ਉਸ ਪਰਿਪੂਰਨ ਪਰਮਾਤਮਾ ਨੇ ਮੈਨੂੰ ਸਦਾ ਵਾਸਤੇ ਆਪਣੇ ਸੱਚੇ ਰੰਗ ਦੇ ਵਿੱਚ ਰੰਗ ਲਿਆ। ਹੁਣ ਮੇਰਾ ਜੀਵਨ ਭਟਕਣਾ ਦੇ ਵਿੱਚ ਨਹੀਂ ਆ, ਹੁਣ ਕੋਈ ਭਰਮ ਨਹੀਂ ਜੀਵਨ ਵਿੱਚ ਰਿਹਾ, ਹੁਣ ਕੋਈ ਭੁਲੇਖਾ ਰਿਹਾ ਹੀ ਨਹੀਂ, ਹੁਣ ਕੋਈ ਕਨਫਿਊਜ਼ਨ ਰਹੀ ਨਹੀਂ। ਮੰਜ਼ਿਲ ਬਿਲਕੁਲ ਸਾਫ਼ ਨਜ਼ਰ ਆਉਣ ਲੱਗ ਪਈ ਹੈ ਕਿ ਗੁਰੂ ਦੇ ਸ਼ਬਦ ਤੇ ਤੁਰਨਾ ਹੈ, ਕਰਨੀ ਅਤੇ ਕਥਨੀ ਇੱਕ ਕਰਨੀ ਹੈ, ਕਿਰਦਾਰ ਵਧੀਆ ਕਰਨਾ ਹੈ, ਮਾਨਵਤਾ ਦੇ ਵਿੱਚ ਪ੍ਰਮਾਤਮਾ ਦੀ ਰੂਪ ਜਾਣ ਕੇ ਮਾਨਵਤਾ ਦੀ ਸੇਵਾ ਕਰਨੀ ਹੈ ਤੇ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੁੜਨ ਵਾਸਤੇ ਸਦਾ ਸੱਚਾ ਕਿਰਦਾਰ ਰੱਖਣਾ ਹੈ, ਸੱਚਾ ਜੀਵਨ ਜਿਉਣਾ ਹੈ। ਬਿਲਕੁਲ ਸਾਫ਼ ਮੰਜ਼ਿਲ ਨਜ਼ਰ ਆਉਣ ਲੱਗ ਪਈ ਹੈ। ਸੱਚਾ ਸੱਚ ਸਮਾਇਆ, ਮਿਲ ਰਹੇ ਨਾ ਵਿਛੜ ਜਾਏ। ਸੱਚਾਈ ਦਾ ਅਰਥ ਹੈ ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਸੱਚ ਚੱਚੇ ਨੂੰ ਸਿਹਾਰੀ ਹੋਣ ਕਰਕੇ ਸੱਚ ਹੀ ਹੈ ਜੋ ਕਦੀ ਮਿਟਣ ਵਾਲਾ ਨਹੀਂ ਹੈ। ਗੁਰੂ ਜੀ ਦੀ ਸ਼ਰਨ ਵਿੱਚ ਪਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕੀਤਿਆਂ ਇਹ ਸਮਝ ਆ ਗਈ ਹੈ ਕਿ ਮਨੁੱਖ ਸਦਾ ਥਿਰ ਪ੍ਰਭੂ ਵਿੱਚ ਹੀ ਲੀਨ ਰਹਿ ਸਕਦਾ ਹੈ, ਕਿਉਂਕਿ ਪਰਮਾਤਮਾ ਹੀ ਸਦੀਵੀ ਹੈ। ਹੁਣ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਹ ਗੱਲ ਸਮਝ ਪੈ ਗਈ ਹੈ, ਜੇ ਆਤਮਿਕ ਸੁੱਖ ਚਾਹੁੰਦਾ ਵਾਂ ਤੇ ਫਿਰ ਪਰਮਾਤਮਾ ਵਿੱਚ ਲੀਨ ਹੋਣਾ ਪਵੇਗਾ, ਜੋ ਸਦਾ ਵਾਸਤੇ ਹਾਜ਼ਰ ਨਾਜ਼ਰ ਹੈ। ਫਿਰ ਸਦਾ ਮਿਲ ਰਹੇ ਨਾ ਵਿਛੜ ਜਾਏ। ਫਿਰ ਸਦਾ ਪ੍ਰਭੂ ਦੇ ਚਰਨਾਂ ਵਿੱਚ ਮਿਲਿਆ ਤਾਂ ਹੀ ਮੈਂ ਰਹਿ ਸਕਦਾ ਹਾਂ ਜੇ ਮੈਂ ਆਪਣੇ ਵਿੱਚੋਂ ਵਿਕਾਰਾਂ ਨੂੰ ਖਤਮ ਕਰਾਂ। ਮੈਂ ਮੇਰੀ ਮੁਕਾ ਦੇਵਾਂ, ਹਉਮੈ ਮੁਕਾ ਦੇਵਾਂ, ਆਪਣੇ ਆਪ ਨੂੰ ਉਹਦੇ ਉੱਤੇ ਸਮਰਪਣ ਕਰ ਦੇਵਾਂ। ਫਿਰ ਕਦੇ ਸੱਚੇ ਸੱਚ ਸਮਾਏ, ਮਿਲ ਰਹੇ ਨਾ ਵਿਛੜ ਜਾਏ। ਫਿਰ ਕਹਿੰਦੇ ਜਦੋਂ ਸੱਚੇ ਪ੍ਰਮਾਤਮਾ ਦੇ ਨਾਲ ਸਮਾਈ ਹੋ ਗਈ ਗੁਰੂ ਸ਼ਬਦ ਦੇ ਰਾਹੀਂ, ਫਿਰ ਵਿਛੋੜਾ ਨਹੀਂ ਪੈਂਦਾ। ਫਿਰ ਕਦੀ ਵੀ ਗੁਰੂ ਪਰਮਾਤਮਾ ਤੋਂ ਵਿਛੜ ਨਹੀਂ ਦਿੰਦਾ। ਫਿਰ ਹਰ ਵਕਤ ਗੁਰੂ ਜੀ ਆਤਮਾ ਤੇ ਪਰਮਾਤਮਾ ਨੂੰ ਜੋੜ ਕੇ ਰੱਖਦੇ ਨੇ ਆਪਣੇ ਸ਼ਬਦ ਨਾਲ, ਆਪਣੇ ਗਿਆਨ ਦੇ ਨਾਲ, ਆਪਣੀ ਸਮਝ ਨਾਲ। ਫਿਰ ਮਨੁੱਖ ਨੂੰ ਕਦੀ ਵੀ ਵਿਛੋੜਾ ਨਹੀਂ ਮਿਲਦਾ। ਜੋ ਕਿਛ ਕਰਨਾ ਸੋ ਕਰ ਰਿਹਾ, ਅਵਰ ਨਾ ਕਰਨਾ ਜਾਏ। ਫਿਰ ਸਮਝ ਪੈ ਜਾਂਦੀ ਹੈ ਪਰਮਾਤਮਾ ਦੀ ਰਜ਼ਾ ਹੀ ਹੈ, ਉਹਦਾ ਭਾਣਾ ਹੀ ਹੈ ਜੋ ਕੁਝ ਹੋ ਰਿਹਾ ਹੈ। ਫਿਰ ਉਹਦੀ ਰਜ਼ਾ ਦੇ ਵਿੱਚ ਹੀ ਰਹਿਣ ਨੂੰ ਜੀ ਕਰਦਾ ਹੈ। ਜੋ ਕੁਛ ਕਰਨਾ ਸੋ ਕਰ ਰਿਹਾ। ਫਿਰ ਸਮਝ ਆਉਂਦੀ ਹੈ ਕਿ ਜੋ ਕੁਝ ਉਹ ਕਰ ਰਿਹਾ ਹੈ ਨਾ,
ਉਹ ਬਿਲਕੁਲ ਠੀਕ ਕਰ ਰਿਹਾ ਹੈ। ਉਹਦੇ ਵਿੱਚ ਕੋਈ ਲੱਤ ਅੜਾਉਣ ਦੀ ਲੋੜ ਨਹੀਂ। ਉਹ ਜੋ ਕੁਝ ਕਰ ਰਿਹਾ ਹੈ ਉਹਦਾ ਹੁਕਮ ਹੈ, ਉਹਦੀ ਰਜ਼ਾ ਹੈ, ਉਹਦਾ ਭਾਣਾ ਹੈ, ਉਹ ਐਜ਼ ਇਟ ਇਜ਼ ਪ੍ਰਵਾਨ ਹੈ। ਅਵਰ ਨਾ ਕਰਨਾ ਜਾਏ। ਫਿਰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਤੋਂ ਉਲਟ ਜਾਣਾ, ਪਰਮਾਤਮਾ ਦੀ ਰਜ਼ਾ ਤੋਂ ਬਾਹਰ ਜਾਣਾ, ਇਹ ਉਹਦੇ ਹੁਕਮ ਦੀ ਅਦੂਲੀ ਹੈ। ਮੈਂ ਉਹਦੇ ਹੁਕਮ ਦੀ ਅਦੂਲੀ ਨਹੀਂ ਕਰਨੀ। ਚਿਰੀ ਵਿਛੁੰਨੇ ਮੇਲੀਅਨ ਸਤਿਗੁਰੂ ਪੰਨੈ ਪਾਏ। ਚਿਰੀ ਵਿਛੁੰਨੇ ਦਾ ਅਰਥ ਹੈ, ਵਿਛੁੰਨੇ ਦਾ ਅਰਥ ਹੈ ਦੇਰ ਬਾਅਦ, ਵਿਛੜਿਆ ਹੋਇਆ। ਵਿਛੁੰਨੇ ਦਾ ਅਰਥ ਹੈ ਵਿਛੜਿਆ ਹੋਇਆ। ਚਿਰੀ ਕਾਫੀ ਸਮੇਂ ਤੋਂ, ਮੇਲੀਅਨ ਮਿਲਾ ਦਿੱਤਾ ਹੈ। ਸਤਿਗੁਰੂ ਸੱਚੇ ਗੁਰੂ ਨੇ। ਪੰਨੈ, ਪੰਨੇ ਦਾ ਅਰਥ ਹੈ ਗੁਰੂ ਜੀ ਦੇ ਲੇਖੇ ਵਿੱਚ, ਗੁਰੂ ਜੀ ਦੇ ਲੜ ਲਾ ਕੇ, ਗੁਰੂ ਜੀ ਦੇ ਪੱਲੇ ਬੰਨ੍ਹ ਕੇ, ਗੁਰੂ ਜੀ ਨੇ ਆਪਣੇ ਪੱਲੇ ਬੰਨ੍ਹ ਲਿਆ ਹੈ। ਸਭ ਕਹਿੰਦੇ ਸਤਿਗੁਰੂ ਦੇ ਲੜ ਲਾ ਕੇ ਪਰਿਪੂਰਨ ਪਰਮਾਤਮਾ ਨੇ, ਜਿਹੜਾ ਚਿਰਾਂ ਤੋਂ ਇਹ ਜੀਵਨ ਗੁਰੂ ਤੋਂ ਵਿਛੜਿਆ ਹੋਇਆ ਸੀ, ਪਰਮਾਤਮਾ ਤੋਂ ਵਿਛੜਿਆ ਹੋਇਆ ਸੀ, ਸਤਿਗੁਰੂ ਗੁਰੂ ਸ਼ਬਦ ਨੇ ਕਿਰਪਾ ਕਰਕੇ ਪਰਮਾਤਮਾ ਨਾਲ ਮਿਲਾ ਦਿੱਤਾ ਹੈ, ਉਹਦੇ ਗੁਣਾਂ ਵਿੱਚ ਸਮਾ ਦਿੱਤਾ ਹੈ। ਦੁਬਾਰਾ ਪੰਕਤੀ ਦੇ ਅਰਥ ਪੜ੍ਹ ਲਈਏ। ਚਿਰੀ ਵਿਛੁੰਨੇ ਮੇਲੀਅਨ ਸਤਿਗੁਰੂ ਪੰਨੇ ਪਾਏ। ਅੱਜ ਸਾਡਾ ਜੀਵਨ, ਅਸੀਂ ਦੁਖੀ ਪਤਾ ਕਿਉਂ ਆ? ਕਿਉਂਕਿ ਵਿਛੜੇ ਆ। ਸਾਨੂੰ ਸਮਝ ਨਹੀਂ ਆ ਰਿਹਾ ਕੁਝ ਵੀ। ਅਸੀਂ ਪਦਾਰਥ ਜਦੋਂ ਮਿਲ ਜਾਂਦੇ ਨੇ ਅਸੀਂ ਉਹਦਾ ਸੁੱਖ ਮਹਿਸੂਸ ਕਰਦੇ ਹਾਂ ਤੇ ਕਹਿੰਦੇ ਸੁਖੀ ਹਾਂ, ਜੋ ਦੂਰ ਹੋ ਜਾਂਦੇ ਤੇ ਅਸੀਂ ਕਹਿੰਦੇ ਦੁਖੀ ਹਾਂ। ਪਰ ਇਹ ਜੀਵਨ ਨਹੀਂ ਹੈ ਸਿੱਖ ਦਾ। ਸਿੱਖ ਦਾ ਜੀਵਨ ਤੇ ਹੈ, ਜੇ ਪ੍ਰਮਾਤਮਾ ਦੇ ਨਾਲ ਹਰ ਵਕਤ ਮਿਲਿਆ ਰਵੇਂਗਾ ਫਿਰ ਕੋਈ ਦੁੱਖ ਸੁੱਖ ਵਾਲੀ ਬਾਤ ਨਹੀਂ, ਫਿਰ ਬੈਲੈਂਸ ਹੈ ਲਾਈਫ, ਫਿਰ ਕੋਈ ਬੰਧਨ ਨਹੀਂ ਹੋਵੇਗਾ ਜੀਵਨ 'ਚ। ਕਿਸੇ ਚੀਜ਼ ਨੂੰ ਛੱਡਣ ਲੱਗਿਆ ਫਿਰ ਦੁੱਖ ਨਹੀਂ ਹੋਵੇਗਾ। ਫਿਰ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੇ, ਉਹ ਲੈਣ ਆਇਆ ਹੈ, ਮੋੜ ਦਿੱਤੀਆਂ ਨੇ, ਉਹਨੇ ਵਰਤਣ ਲਈ ਦਿੱਤੀਆਂ ਨੇ, ਉਹਦਾ ਸ਼ੁਕਰਾਨਾ ਹੈ। ਸਤਿਗੁਰੂ ਜੀ ਦੇ ਜਿੱਦਣ ਲੜ ਲੱਗਾ ਮੈਂ, ਜਦੋਂ ਗੁਰੂ ਸ਼ਬਦ ਦੇ ਨਾਲ, ਗੁਰੂ ਜੀ ਦੇ ਲੜ ਲੱਗਣ ਦਾ ਮਤਲਬ ਕੀ ਹੈ? ਇੱਕ ਸ਼ਬਦ ਪੜ੍ਹਦੇ ਹਾਂ ਨਾ ਆਪਾਂ, ਆਨੰਦ ਕਾਰਜ ਦੇ ਉੱਪਰ ਹਮੇਸ਼ਾ ਹੀ ਇਹ ਜਦੋਂ ਲੜਕੀ ਦਾ ਪੱਲਾ ਲੜਕੇ ਦਾ ਪਿਤਾ ਲੜਕੀ ਦਾ ਪਿਤਾ ਲੜਕੇ ਦੇ ਹੱਥ ਵਿੱਚ ਫੜਾਉਂਦਾ ਹੈ ਤੇ ਗਿਆਨੀ ਜੀ ਹੁਣੀ ਸ਼ਬਦ ਪੜ੍ਹਦੇ ਨੇ, ਸੱਭੇ ਸਾਕ ਕੁੜਿਆਵੇ ਡਿੱਠੈ ਪੱਲੇ ਟੰਡੇ ਲੱਗੀ। ਉਹ ਸ਼ਬਦਿਕ, ਉਹ ਸਾਡੇ ਦੁਨਿਆਵੀ ਅਰਥ ਨਹੀਂ ਗੇ। ਉਹ ਗੁਰੂ ਜੀ ਐਸੇ ਮਿਲੇ, ਗੁਰੂ ਜੀ ਦਾ ਗਿਆਨ, ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਜੀ ਨੇ ਕੀ ਕੀਤਾ? ਮੈਨੂੰ ਆਪਣੇ ਗਿਆਨ ਰੂਪੀ ਆਂਚਲ ਵਿੱਚ ਵਸਾ ਲਿਆ ਤੇ ਗੁਰੂ ਜੀ ਨੇ ਇੱਕ ਬਾਪ ਬਣ ਕੇ ਇਸ ਜੀਵ ਇਸਤਰੀ ਨੂੰ ਪਤੀ ਪਰਮਾਤਮਾ ਦੇ ਪੱਲੇ ਲਾ ਦਿੱਤਾ ਕਿ ਅੱਜ ਤੋਂ ਇਹ ਪਤੀ ਪਰਮਾਤਮਾ ਹੀ ਸਭ ਕੁਝ ਤੇਰਾ ਹੈ, ਹੋਰ ਕਿਤੇ ਜਾਣ ਦੀ ਤੈਨੂੰ ਲੋੜ ਨਹੀਂ। ਇਹ ਗੱਲ ਬਾਰ-ਬਾਰ ਗੁਰੂ ਜੀ ਸਮਝਾ ਰਹੇ ਨਾ। ਹੁਣ ਸੱਭੇ ਸਾਕ ਕੁੜਿਆਵੇ ਡਿੱਠੇ, ਪਾਵਾ ਜਿਹੜੇ ਦੁਨੀਆ ਦੇ ਪਦਾਰਥਾਂ ਨੂੰ ਤੂੰ ਆਪਣਾ ਸੱਚ ਸਮਝ ਕੇ ਬੈਠਾ ਨਾ, ਇਹ ਝੂਠ ਹੈ, ਝੂਠ ਹੈ, ਇਹ ਸੱਚ ਨਹੀਂ। ਇਹ ਸਿਰਫ ਅੱਖਾਂ ਦਾ ਛਲਾਵਾ ਹੈ। ਜੇ ਕੋਈ ਸੱਚ ਆ ਤੇ ਕੋਈ ਆ ਪਤੀ ਪਰਮਾਤਮਾ ਰੂਪੀ ਰੱਬ ਆ ਤੇਰਾ, ਇਹਦੇ ਨਾਲ ਜੁੜ। ਸਤਿਗੁਰ ਨੇ ਕੀ ਕੀਤਾ? ਵਿਛੋੜਾ ਜਿਹੜਾ ਸੀ ਉਹ ਦੂਰ ਕਰ ਦਿੱਤਾ ਤੇ ਸਦਾ ਅਟਲ ਰਹਿਣ ਵਾਲੇ ਪਰਮਾਤਮਾ ਨਾਲ ਮੈਨੂੰ ਮਿਲਾ ਦਿੱਤਾ। ਹੁਣ ਉਹਦੇ ਲੜ ਮੈਨੂੰ ਲਾ ਦਿੱਤਾ ਹੈ। ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ। ਹੇ ਪ੍ਰਭੂ ਜੀ, ਤੁਸੀਂ ਆਪ ਹੀ ਕੀਤਾ ਹੈ। ਆਪ ਹੀ ਮੇਰਾ ਮਨ ਗੁਰੂ ਸ਼ਬਦ ਵਿੱਚ ਜੋੜਿਆ ਹੈ, ਆਪ ਹੀ ਮੈਨੂੰ ਗੁਰੂ ਸ਼ਰਨ ਵਿੱਚ ਟਿਕਾਇਆ ਹੈ ਤੇ ਆਪ ਹੀ ਤੁਸੀਂ ਮੈਨੂੰ ਸਿੱਧੇ ਰਾਹ ਤੇ ਤੋਰ ਲਿਆ ਹੈ। ਹੁਣ ਮੈਂ ਤੁਹਾਡੇ ਤੋਂ ਉਲਟ ਤੁਰ ਹੀ ਨਹੀਂ ਸਕਦਾ, ਤੁਹਾਡੇ ਤੋਂ ਬਾਹਰ ਜਾ ਹੀ ਨਹੀਂ ਸਕਦਾ। ਮਨ ਤਨ ਰੱਤਾ ਰੰਗ ਸਿਉ ਹਉ ਮੈਂ ਤਜ ਵਿਕਾਰ। ਹੁਣ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਮੇਰਾ ਮਨ ਅਤੇ ਤਨ ਗੁਰੂ ਸ਼ਬਦ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੇ ਵਿੱਚ, ਮੈਂ ਜਿੱਥੇ ਗੁਰੂ ਸ਼ਰਨ ਆਉਂਦਾ ਬਾਰ-ਬਾਰ ਉਹਨੂੰ ਕਲੀਅਰ ਕਰਦਾ। ਕਿਤੇ ਅਸੀਂ ਦੇਹਧਾਰੀ ਵੱਲ, ਕਿਸੇ ਪਖੰਡੀ ਵੱਲ ਨਾ ਤੁਰ ਪਈਏ। ਗੁਰੂ ਕੇਵਲ ਸਾਡਾ ਬਾਣੀ ਹੈ, ਸ਼ਬਦ ਹੈ, ਉਹਦੀ ਸ਼ਰਨ, ਉਹਦੇ ਲੜ ਲੱਗਣਾ ਹੀ ਸਾਡੇ ਜੀਵਨ ਦਾ ਮਤਲਬ ਹੈ। ਮਨ ਤਨ ਰੱਤਾ ਰੰਗ ਸਿਉ, ਮੇਰਾ ਮਨ ਅਤੇ ਤਨ ਗੁਰੂ ਸ਼ਬਦ ਵਿੱਚ ਰੰਗਿਆ ਗਿਆ। ਹਉਮੈ ਤਜ ਵਿਕਾਰ, ਤੇ ਜੀਵਨ ਵਿੱਚੋਂ ਜਿਹੜਾ ਹਉਮੈ ਦਾ ਵਿਕਾਰ ਸੀ ਇਹ ਖਤਮ ਹੋ ਗਿਆ। ਤਿਆਗ ਦਿੱਤਾ, ਨਿਮਰਤਾ ਤੇ ਪ੍ਰੇਮ ਵਿੱਚ ਜੀਵਨ ਜੀਣ ਲੱਗ ਪਿਆ। ਹੁਣ ਪ੍ਰੇਮ ਦਾ ਰੰਗ ਸਦਾ ਇਸ ਮਨ ਤੇ ਚੜਿਆ ਰਹਿੰਦਾ ਹੈ। ਅਹਨਿਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ। ਇਹ ਦਾ ਅਰਥ ਹੈ ਦਿਨ,
निस दा अर्थ है रात, अहनिस दे पूरे शब्द का अर्थ है दिन रात। हिरदै मेरा हिरदा रव रहा वसिया रहिंदा है, निरभौ निडर नाम निडर परमात्मा निरंकार जो आकार तो रहत है। हुण गुरु दे ज्ञान दे राही, गुरु शब्द दे राही, गुरु दी समझ दे राही, गुरु दे प्यार दे राही हुण ये मन सदा आकार रहत परमात्मा जो निरभौ है, जिन्हों किसी का डर नहीं, उस निरभै परमात्मा दे विच दिन रात टिकिया रहिंदा है। हुण मेरे मन विच भी कोई डर नहीं, कोई वैर नहीं। हुण जीवन दे विच प्यार आ, जीवन दे विच सच आ, जीवन विच सिर्फ ते सिर्फ सच्चाई है। हुण झूठ फरेब पखंड जीवन विचों मिट गया है। आखिरीਆਂ पंक्तियां अज दे पावन शब्द दियां। नानक आप मिलायन पूरे शब्द अपार। मिलायन का अर्थ है उस प्रभु ने मिलाए हैं शब्द गुरु दे शब्द दे राही। नानक गुरु अमरदास साहिब जी आखदे, हे नानक ये मेरी कोई पाया नहीं, ना ये कोई मेरी मत है, ये मेरे सतगुरु गुरु शब्द जी तुसी त्रुठे हो। तुसी मेरे अंदर ज्ञान का प्रगास किया है कि मेरे हिरदे घर विच वसदा परमात्मा मैनू विखा दिता है। वो मेरे हिरदे विच वसदा मैनू विखा दिता है, ते सदा वास्ते तुसी मैनू मेरे सोहने रब नाल मिला दिता है। ये शब्द गुरु जी तुहाडी कृपा बनी है, तुहाडी रहमत बनी है, तुहाडे राही ही मैनू परिपूर्ण परमात्मा जी दे गुणा रूपी चरण मिले हैं, जिन्हां विच मैं हुण समोया रहना हाँ। हुण इकल्लापन जीवन विच नहीं, हुण सच ही सच है, सच ही सच है। हुण ना किसी का डर है, ना किसी नाल कोई वैर है, ना कोई बेगाना है, ना कोई वैरी है। हुण हर कोई अपना है, क्योंकि हर एक विच तू है, तेरा वासा है। सो जिद्दण ये बात समझ आ जाए, जीवन दे विच कोई कमी नहीं रहिंदी फिर। सो रोजाना ही सतगुरु दा शब्द सानू सीधे राह तुरदा है। हुण असीं तुरदे हां कि नहीं तुरदे, ये साडे ते डिपेंड है। गुरु जी ते रोजाना सानू गुरमत दे रहे ने, रोजाना समझा रहे ने। तो मैं कोशिश यही कर रहा, आपां रल मिल के जिहड़ी आ सवेरे फेसबुक लाइव दे राहीं गुरबाणी विचार नाल जुड़दे आ ना, इहदा मतलब सिर्फ ये है कि आपां इस क्लास दे राहीं अपने जीवन दे विच गुरमत लै आईए। सिर्फ ते सिर्फ एक अकाल पुरख वाहिगुरू दे उत्ते भरोसा करिए, उस तो बिना असीं होर किसी नूं जाणदे ही नहीं। ते साडा शब्द गुरु धन गुरु ग्रंथ साहिब साडे विच जिहड़ा विचोला है, जिहड़ा सानू परमात्मा नाल मिलाउंदा है। रोजाना असीं गुरु शब्द दा ज्ञान लैंदे आ, परमात्मा दे घर दा पता जाणदे आ। हुण तुरना है, नक्शा दे दिता है, एड्रैस गुरु जी ने समझा दिता है। हुण असीं खलोते हैं, हुण तुरीए आपां। वीर मेरे हो, भैणां मेरी हो, अरदास आ तुरीए, बदलाव ले आईए जीवन दे विच, सच ते तुरीए, प्रैक्टिकल प्रैक्टिस करिए, अपने घर तो एक्सपैरीमेंट चालू करिए, ते जीवन बहुत खिड़वां, बड़ा आनंद भरपूर ते चढ़दी कला वाला बन जाएगा। सतगुरु कृपा करन। अज दी विचार कीतियां, उचारण करदियां शब्द दा विचार करदियां बेअंत भुल्लां गलतियां होईयां ने। आप गुरु प्यारी संगत बख्श लिओ। अरदास करिओ कि आप दे वीर दा मन सदा गुरमत विच बिना किसी स्वार्थ तो, बिना किसी लालच तो टिके। क्योंकि जदों स्वार्थ ते लालच गुरु दे सिख दे जीवन च आ जांदा ना, फिर शब्द विकण लग पैंदा है। ते जदों शब्द वेचण दी प्रक्रिया चल पैंदी है ना, फिर माया दा लालच जीवन विच वध जांदा है। ये नहीं होना चाहिए। अरदास करियो कि ये मन गुरु शब्द विच जुड़ जावे। बड़ा कुछ सिख रहा, सच जाणिओ मेरी जिंदगी दे विचों एक बड़ा वडमूला अंग बन चुकिया है शब्द की विचार सवेर की। मैं सारा दिन बड़ा खेड़े विच रहिना। मैं अपने आप च महसूस करदा है कि एक दिन ना मैं विचार कर सकां तो मेरी जिंदगी इंज लगती है कि अज बस मौत आ, बस है ही कख नहीं, अज कुछ नहीं प्राप्त किया। तो ये सब कुछ आप दे प्यार सदका, आप दे हौसले दे नाल, आप जी की चढ़दी कला दे नाल हो रहा है। मेरी अपनी कोई औकात नहीं है, ना मैनू कुछ आउंदा है। सच जाणिओ मैनू कुछ नहीं पता,
ਮੈਂ ਆਪ ਵਿਸਮਾਦ ਹੁੰਦਾ ਹੈ ਕਿ ਸਤਿਗੁਰੂ ਜੀ ਕਿਵੇਂ ਵਿਚਾਰ ਕਰਵਾ ਲੈਂਦੇ ਨੇ, ਕਿਵੇਂ ਆਪਣਾ ਗਿਆਨ ਸਮਝਾ ਦਿੰਦੇ ਨੇ। ਤੇ ਕੋਸ਼ਿਸ਼ ਇਹ ਹੈ, ਇੱਕ ਪ੍ਰਚਾਰਕ ਜਿੱਦਣ ਨਿਕਲਿਆ ਸੀ ਕਾਲਜ ਵਿੱਚੋਂ, ਉਹਦਨ ਇੱਕ ਪ੍ਰਣ ਕੀਤਾ ਸੀ ਕਿ ਗੁਰੂ ਦੀ ਮੱਤ ਤੇ ਹੀ ਸੰਗਤਾਂ ਨੂੰ ਜੋੜਨਾ ਹੈ। ਤੇ ਇਹੀ ਕੋਸ਼ਿਸ਼ ਕਰ ਰਿਹਾ ਹਾਂ ਗੁਰੂ ਦੀ ਮੱਤ ਤੇ ਤੋਰਨ ਦੀ। ਆਓ ਰਲ ਮਿਲ ਕੇ ਜੁੜੀਏ, ਆਪਣੇ ਮਿੱਤਰਾਂ, ਦੋਸਤਾਂ, ਭੈਣਾਂ, ਭਰਾਵਾਂ ਨੂੰ ਇਹ ਔਸ਼ਧੀ ਵੰਡੀਏ, ਇਹ ਦਵਾ ਵੰਡੀਏ, ਉਹਨਾਂ ਨਾਲ ਚਰਚਾ ਕਰੀਏ, ਉਹਨਾਂ ਨੂੰ ਵੀ ਜੋੜੋ। ਸਾਡੇ WhatsApp ਗਰੁੱਪ ਗਲੋਬਲ ਗੁਰਬਾਣੀ ਵਿਚਾਰ ਦੇ ਰਾਹੀਂ ਤੁਸੀਂ ਆਪ ਵੀ ਜੁੜੋ, ਹੋਰਨਾਂ ਨੂੰ ਵੀ ਜੋੜੋ। ਇਹ ਗੁਰੂ ਦਾ ਲੰਗਰ ਹੈ, ਰੱਜ ਕੇ ਵੰਡੀਏ, ਰੱਜ ਕੇ ਵੰਡੀਏ। ਸ਼ਾਇਦ ਕਿਸੇ ਦੇ ਹਿਰਦੇ ਵਿੱਚ ਇਹ ਸੱਚ ਦਾ ਪ੍ਰਗਾਸ ਹੋ ਜਾਵੇ ਤੇ ਉਹਦਾ ਜੀਵਨ ਸੱਚ ਦੇ ਰਸਤੇ ਤੇ ਤੁਰ ਪਵੇ। ਸਭ ਤੋਂ ਵੱਡਾ ਪੁੰਨ ਆ ਕਿਸੇ ਨੂੰ ਗੁਰੂ ਸ਼ਬਦ ਨਾਲ ਜੋੜ ਦੇਣਾ। ਸੋ ਆਪ ਸਾਰਿਆਂ ਦਾ ਧੰਨਵਾਦ, ਬਹੁਤ ਬਹੁਤ ਪਿਆਰ ਆਪ ਸਾਰਿਆਂ ਦਾ।